ਤੇ ਥੱਲੇ ਮਿਰਜ਼ੇ ਦੀ ਇੱਕ ਬੁੱਢੀ ਦੇ ਸਾਇਨ ਹੁੰਦੇ ਸੀ। ਅੰਮੀ ਆਂਦੇ ਨੇ ਉਹ ਵਕਤ ਇੰਨਾ ਕੁ ਮੁਸ਼ਕਲ ਸੀ, ਇੰਨਾ ਕੁ ਮੁਸ਼ਕਲ ਸੀ। 1964-65 ਦੀ ਗੱਲ ਅੰਮੀ ਦੱਸਦੇ ਨੇ। ਅੰਮੀ ਕਹਿੰਦੇ ਨੇ ਮੇਰੇ 2 ਬੱਚੇ ਉੱਪਰ ਥੱਲੇ ਔਰ ਹਾਲਾਤ ਖਰਾਬ ਔਰ ਉਹ ਬੱਚਿਆਂ ਦੇ ਉਹਨਾਂ ਨੂੰ ਦੱਸੋ ਵੀ ਨਾ ਕਿ ਮੇਰੇ ਆਪਣੇ ਬੱਚੇ ਛੋਟੇ ਨੇ, ਮੈਂ ਕੀ ਕਰਾਂ, ਨਾਲ ਲੈ ਜਾ। ਨਹੀਂ ਬੱਚਾ ਨਹੀਂ ਉੱਥੇ ਅਲਾਓ। ਉੱਥੇ ਫਿਰ ਅੰਮੀ ਕਹਿੰਦੇ ਨੇ ਜਾਣਾ ਪੈਂਦਾ ਸੀ। ਇੰਨੀ ਜ਼ਿਆਦਾ ਬਦਬੂ, ਇੰਨੇ ਜ਼ਿਆਦਾ ਜ਼ਖਮਾਂ ਦੀ ਸਮੈਲ। ਉੱਥੇ ਫਿਰ ਉਹਦੇ ਜਿਹੜੇ ਗੰਦੇ ਕੱਪੜੇ ਸਨ ਉਹ ਧੋਣੇ, ਟਾਇਲਟ ਧੋਣੀ, ਵਾਸ਼ਰੂਮ ਧੋਣਾ, ਉਹਨਾਂ ਦੇ ਪੈਰਾਂ ਦੇ ਨਾਖੂਨ ਕੱਟਣੇ, ਉਹਨਾਂ ਦੇ ਜ਼ਖਮ। ਅੰਮੀ ਕਹਿੰਦੇ ਜੋ ਵੀ। ਤੇ ਅੰਮੀ ਜਿਵੇਂ ਕਹਿੰਦੇ ਕਿ ਜਿਵੇਂ ਜਿਵੇਂ ਕੁੱਤੇ ਨੂੰ ਕੀੜੇ ਪਏ ਨੇ। ਹਾਂਜੀ, ਅੰਮੀ ਆਂਦੇ ਨੇ ਅੰਮੀ ਦੱਸਦੇ ਹੁੰਦੇ ਸੀ ਕਿ ਉਹ ਇੱਕ ਕਿਸਮ ਦੇ ਪਿੱਛੇ ਕਮਰ ਤੇ ਐਸੇ ਜ਼ਖਮ ਸੀ, ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਐਸੇ ਜ਼ਖਮ ਸੀ ਕਿ ਜ਼ਖਮਾਂ ਦੇ ਵਿੱਚੋਂ ਕਾਲਾ ਕਾਲਾ ਖੂਨ ਦਾ ਲੋਥੜਾ ਨਿਕਲਦਾ ਸੀ। ਔਰ ਉਹ ਅੰਮੀ ਆਂਦੇ ਨੇ ਮੈਂ ਪੂਰੇ ਦਾ ਪੂਰਾ ਇੰਜ ਚੁੱਕ ਕੇ ਨਾ ਵੇਂਦੀ ਸਾਂ ਕਿ ਇਹ ਕੀ ਹੈ, ਇਹ ਜੈਲ ਜਿਹੀ ਕੀ ਹੈ। ਅਸਤਗਫਰ। ਤੇ ਅੰਮੀ ਆਂਦੇ ਨੇ ਉਹ ਫਿਰ ਕਿੰਨੇ ਕਿੰਨੇ ਦਿਨ ਅੰਮੀ ਆਂਦੇ ਨੇ ਉਹ ਜਿਹੜੀ ਖੂਨ ਦੀ ਬਦਬੂ ਸੀ ਨਾ ਉਹਦੇ ਬੈੱਡ ਸੋਲਸ ਦੀ, ਉਹ ਅੰਮੀ ਕਹਿੰਦੇ ਨੇ ਮੈਨੂੰ ਆਪਣੇ ਹੱਥਾਂ ਚੋਂ ਮੇਰੇ ਜਾਂਦੀ ਨਹੀਂ ਸੀ ਹੁੰਦੀ। ਤੇ ਫਿਰ ਉਹਨਾਂ ਦੀਆਂ ਬੀਵੀਆਂ ਜਿਹੜੀਆਂ ਨੇ 5 ਬੀਵੀਆਂ ਹਾਜ਼ਰ ਸਰਵਿਸ ਸੀ ਉਹਦੀਆਂ ਉਦੋਂ। ਤੇ ਛੋਟੀ ਬੀਵੀ ਉਹ ਬੁਸ਼ਰਾ ਸੀ ਜਿਹੜੀ ਬਲੈਕਮੇਲ ਕਰਕੇ ਵਿਆਹ ਕੀਤਾ, ਉਹਦਾ ਬੱਚਾ ਕੋਈ ਨਹੀਂ ਸੀ। ਅੰਮੀ ਆਂਦੇ ਨੇ ਉਹ ਬੁਸ਼ਰਾ ਤੇ ਕਦੀ ਉਹਦੇ ਲਾਗੇ ਹੀ ਨਹੀਂ ਸੀ ਆਈ, ਉਹ ਤੇ ਕਦੀ ਲਾਗੇ ਹੀ ਨਹੀਂ ਸੀ ਆਈ। ਉਹ ਕਹਿੰਦੀ ਸੀ ਮੇਰੇ ਸਰ ਕੋ ਕੁਛ ਹੋ ਜਾਤਾ ਹੈ। ਤੇ ਉਹ ਜਦੋਂ ਅੰਮੀ ਕਹਿੰਦੇ ਨੇ ਅਸੀਂ ਨਿਕਲਣਾ ਤੇ ਅਗਲੀ ਜਿਹੜੀ ਡਿਊਟੀ ਵਾਲੀ ਹੈ ਨਾ ਉਹ ਦਰਵਾਜ਼ੇ ਅੱਗੇ ਖੜੀ ਹੁੰਦੀ ਸੀ। ਯਾਨੀ ਕਿ ਮੇਰੀ ਅੰਮੀ ਨਿਕਲੀ ਹੈ ਨਾ ਤੇ ਹੋਰ ਕੋਈ ਹਮਸਾਈ ਦਰਵਾਜ਼ੇ ਦੇ ਅੱਗੇ ਖੜੀ ਹੁੰਦੀ ਸੀ। ਤੇ ਅੰਮੀ ਕਹਿੰਦੇ ਜਦੋਂ ਅਸੀਂ ਦਰਵਾਜ਼ੇ 'ਚ ਮਿਲਣਾ ਨਾ ਇੱਕ ਦੂਸਰੇ ਨੂੰ ਕਿ ਅੰਦਰ ਕੀ ਬਣਿਆ, ਤੇ ਅੰਮੀ ਕਹਿੰਦੇ ਮੈਂ ਰੋਣ ਲੱਗ ਜਾਣਾ ਕਿ ਮੇਰੇ ਬੱਚੇ ਛੋਟੇ ਨੇ, ਘਰ ਛੱਡ ਕੇ ਆਈ, ਹੁਣ ਮੇਰੇ ਕੋ ਨਾ ਪੁੱਛ ਕੀ ਬਣਿਆ, ਹੁਣ ਅੰਦਰ ਜਾਏਂਗੀ ਤੇ ਤੈਨੂੰ ਪਤਾ ਲੱਗੇਗਾ ਕੀ ਬਣਿਆ। ਤੇ ਅਸਤਗਫਰ। ਸਾਡੀਆਂ ਜਿਹੜੀਆਂ ਮਾਵਾਂ ਨੇ ਮੁਸ਼ਕਲ ਵਕਤ ਮੈਂ ਦੇਖਦੀ ਆ, ਮੇਰੇ ਮਾਂ-ਬਾਪ ਨੇ ਜਾਂ ਸਾਡੇ ਵੱਡਿਆਂ ਨੇ ਦੇਖਿਆ ਰੱਬਾ ਆਬਾਦ ਕਰਨ ਦੀ ਸ਼ਕਲ 'ਚ, ਇਹਨਾਂ ਦੀ ਖਿਦਮਤ ਕਰਨ ਦੀ ਸ਼ਕਲ 'ਚ, ਆਪਣੇ ਬੱਚਿਆਂ ਨੂੰ ਘਰ ਛੱਡ ਕੇ ਜਾਣਾ। ਉਸ ਜ਼ਮਾਨੇ 'ਚ ਕਿਹੜਾ ਹੈ ਸੀ ਫੀਡਰ ਵਗੈਰਾ, ਬੱਚੇ ਰੋਂਦੇ ਹੋਣੇ, ਘਰ ਆਣਾ, ਦੁੱਧ ਇੰਜ ਅੰਮੀ ਕਹਿੰਦੇ ਛਾਤੀਆਂ 'ਚੋਂ ਵਗਦਾ ਹੋਣਾ, ਸ਼ਦਾਨ ਬਣੀਆਂ ਹੋਣਾ ਸੀ। ਮਤਲਬ ਉਹ ਜਿਹੜੀ ਅਜ਼ੀਅਤ ਦੇਖੀ ਹੈ ਸਾਡੇ ਮਾਂ-ਬਾਪ ਨੇ, ਅੱਲਾ ਦਾ ਸ਼ੁਕਰ ਹੈ ਅਸੀਂ ਜੋ ਮਰਜ਼ੀ ਹੈ ਅਸੀਂ ਚੰਦਾ ਵਗੈਰਾ ਇਹਨਾਂ ਨੂੰ ਦਿੰਦੇ ਰਹੇ, ਲੇਕਿਨ ਉਹ ਚੀਜ਼ਾਂ ਅਸੀਂ ਨਹੀਂ ਬਰਦਾਸ਼ਤ ਕੀਤੀਆਂ। ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਅੱਲਾ ਮਾਫ ਕਰੇ। ਔਰ ਜ਼ਬਰਦਸਤੀ ਲੋਕਾਂ ਦੀਆਂ ਡਿਊਟੀਆਂ ਲਾ ਕੇ ਤੇ ਉਹ ਮੇਰਾ ਮਤਲਬ ਜਿਹੜਾ ਉਹ ਮਰਦਾਰ ਸੀ ਉਹ ਜ਼ਬਰਦਸਤੀ ਇਹ ਸ਼ੈਂਡੀ ਸ਼ਾਹ ਮਰਦਾਰ ਨੂੰ ਨੇ ਮਰਦਾਰ ਦੀ ਚੌਧਰੀ ਭਾਈ, ਰਖਵਾਲੀ। ਇਹ ਸ਼ੈਂਡੀ ਸ਼ਾਹ ਆਇਆ ਇੱਕ ਵਾਰੀ ਇੱਥੇ 2008 ਚ ਕਿ 9 ਚ। ਇਹਨੇ ਕਿਹਾ ਕਿ ਮੈਨੂੰ ਐਮਟੀਏ ਦੇ ਗਰੁੱਪ ਲਈ ਲੜਕੀਆਂ ਚਾਹੀਦੀਆਂ ਲਜਣਾ, ਤੇ ਲਜਣਾ ਚਾਹੀਦੀਆਂ ਤੇ ਇੰਤਖਾਬ ਜਿਹੜਾ ਉਹ ਮੈਂ ਕਰਾਂਗਾ ਉਥੇ ਬੈਲਜੀਅਮ। ਬੈਲਜੀਅਮ। ਤੇ ਜਿਹੜੀ ਹਾਲ ਵਿੱਚ ਇਹਨਾਂ ਨੇ ਲੜਕੀਆਂ ਨੂੰ ਬੁਲਾਇਆ, ਮੇਰਾ ਨਾ ਕੱਦ ਥੋੜਾ ਲੰਬਾ ਵੇ ਤੇ ਮੈਂ ਮਤਲਬ ਅੱਗੇ ਅੱਗੇ ਨਹੀਂ ਮੈਂ ਕਦੀ ਵੀ ਮਤਲਬ ਹੋਣਾ ਮਨਾਸਬ ਸਮਝਿਆ। ਤੇ ਨਾ ਮੇਰਾ ਕੱਦ ਲੰਬਾ ਤੇ ਇਹਨੇ ਕਿਹਾ ਕਿ ਕੈਮਰੇ ਵਾਸਤੇ, ਕੈਮਰਾਮੈਨੀ ਵਾਸਤੇ ਮੈਨੂੰ ਨਾ ਫੋਟੋਗ੍ਰਾਫਰੀ ਦਾ ਵੀ ਸ਼ੌਕ ਹੈ, ਮੈਂ ਇਹਨਾਂ ਦੀਆਂ ਦੁਲਹਨਾਂ ਦੀਆਂ ਮੂਵੀਆਂ ਵੀਡੀਓ ਮੈਂ ਮਤਲਬ ਬਣਾਉਂਦੀ ਸੀ ਤੇ ਸ਼ਾਦੀਆਂ ਦੇ ਉੱਪਰ ਨਾ ਇਹਨੇ ਕਿਹਾ ਕਿ ਮੈਂ ਪਸੰਦ ਕਰਾਂਗਾ। ਔਰ 13 के 14 लजना इनने पसंद कीतियां और क्या कि आपका नाम क्या है, आप नाम लिखाएं, आपका नाम क्या। तू कौन होना वे साडे नाम लिखण वाला? ਨਹੀਂ, ਇਹ ਸਿਲੈਕਸ਼ਨ ਵਾਸਤੇ ਆਇਆ ਯੂਕੇ ਤੋਂ। ਇਹ ਜਿਹੜਾ ਇਹ ਐਮਟੀਏ ਦਾ ਚੇਅਰਮੈਨ ਜਿਹੜਾ ਨਿਦਾ ਤੇ ਫਾਇਜ਼ਾ ਨਾਲ ਜ਼ਨਾ ਕਰਦਾ ਰਿਹਾ ਸਾਰੀ ਉਮਰ, ਹੋਰ ਵੀ जी जी ਮਲੰਗਣੀਆਂ ਨਾਲ ਕਰਦਾ ਮੰਨਿਆ ਉਹਨੇ, ਉਹ ਆਇਆ ਹੈ। ਤੇ ਉੱਥੇ ਬੈਲਜੀਅਮ ਦੇ ਚ ਸਦਰ ਲਜਨਾ ਜਾਂ ਦੂਜੀਆਂ ਤੀਜੀਆਂ ਬੀਬੀਆਂ ਕੋ ਨਹੀਂ ਸਨ ਨਾ, ਬੀਬੀਆਂ ਦੇ ਲਿਖਣ ਵਾਲੇ ਇਹ ਬੰਦੇ ਬਹਿ ਕੇ ਲਿਖਣ ਡਏ ਸਨ। ਬੰਦੇ ਬਹਿ ਕੇ ਇਹ ਕਹਿੰਦਾ ਕਿ ਐਮਟੀਏ ਦਾ ਸ਼ੋਭਾ ਮੇਰਾ ਹੈ, ਮੈਂ ਕਰਾਂਗਾ, ਮੈਂ ਸਾਨੂੰ ਨਹੀਂ ਸੀ। ਲੇਕਿਨ ਇਹਦੀਆਂ ਨਜ਼ਰਾਂ ਇੰਨੀਆਂ ਗੰਦੀਆਂ ਸੀ, ਹਰ ਇੱਕ ਨੂੰ ਤੰਜ਼ੀਆ ਗੱਲਾਂ ਕਰ ਰਿਹਾ ਸੀ। ਔਰ ਮੈਂ ਕਿਹਾ ਕਿ ਮੈਂ ਨਹੀਂ ਐਮਟੀਏ ਨਾਲ ਕੰਮ ਕਰਨਾ ਚਾਹੁੰਦੀ ਨਾ, ਮੈਂ ਨਹੀਂ ਕਰਨਾ ਚਾਹੁੰਦੀ। क्यों नहीं करना चाहती? मैंने आपका नाम लिख दिया है। मैं क्या मैं नहीं करना चाहती काम। मैनू इहदियां नजरां ही इंज सी जिवें शिकारी कुत्ता हुंदा ना शिकार करन आया,
ਉਸ ਕਿਸਮ ਦਾ। ਤੇ ਜਿਹੜੀਆਂ ਲੜਕੀਆਂ ਦੇ ਇਹਨੇ ਨਾਮ ਲਿਖੇ, ਉਹਨਾਂ ਨੂੰ ਇਹ ਯੂਕੇ ਦੇ ਇਹ ਜਿਹੜਾ ਬਾਈ ਟ੍ਰੇਨ ਇਹ ਟਿਕਟ ਭੇਜਦਾ ਹੁੰਦਾ ਸੀ ਕਿ ਤੁਸੀਂ ਮੇਰੇ ਕੋਲ ਟ੍ਰੇਨਿੰਗ ਕਰਨ ਆਓ। ਫਿਰ ਉਹ ਲਜਣਾ ਮੈਨੂੰ ਦੱਸਦੀਆਂ ਹੁੰਦੀਆਂ ਸੀ ਕਿ ਅਸੀਂ ਜਾ ਰਹੇ ਹਾਂ, ਤੂੰ ਬਦਕਿਸਮਤ ਰਹਿ ਗਈ ਹੈ। ਸਾਨੂੰ ਉੱਥੋਂ ਪ੍ਰੋਟੋਕੋਲ ਵੀ ਮਿਲਦਾ ਹੈ, ਰਹਾਇਸ਼ ਵੀ ਮਿਲਦੀ ਹੈ ਸਾਨੂੰ, ਅਸੀਂ ਉੱਥੋਂ ਸਿੱਖਨੇ ਵੀ ਹੈ ਕੰਮ। ਕਿਉਂਕਿ ਮੈਂ ਜਿਹੜਾ ਫੋਟੋਗ੍ਰਾਫਰੀ ਦਾ ਕੰਮ ਹੈ ਮੈਂ ਰੱਬਾ ਤੋਂ ਸਿੱਖਿਆ ਸੀ। ਮਤਲਬ ਖੁਦ ਮੈਂ ਆਪਣੇ ਸ਼ੌਕ ਨਾਲ ਸਿੱਖਿਆ ਸੀ, ਪਾਰਲਰ ਦਾ, ਫੋਟੋਗ੍ਰਾਫਰੀ ਦਾ, ਮੂਵੀ ਬਣਾਉਣ ਮਤਲਬ ਦਾ। ਇਹ ਵੇ ਹਾਂਜੀ ਮਤਲਬ ਇਹ ਵੇ ਕਿ ਇਹ 15-20 ਬੈਲਜੀਅਮ ਤੋਂ ਕੁੜੀਆਂ ਹਾਇਰ ਹਾਲੈਂਡ ਤੋਂ ਵੀ। ਕਰਕੇ ਮਲੰਗਾਂ ਦੀਆਂ ਹਾਇਰ ਕਰਕੇ ਚੰਦੇ ਦੇ ਪੈਸੇ ਨਾਲ ਟਿਕਟਾਂ ਲੈ ਕੇ ਇਹ ਆਏ, ਇਹ ਟੀਮ ਨਾਲੇ ਗਲਸ਼ਰੇ ਉਡਾਏ, ਨਾਲੇ ਕੁੜੀਆਂ ਨਾਲ ਕੀ ਕੀਤਾ, ਉਹਨਾਂ ਦੇ ਨਾਂ ਪੱਤਰ ਲਿਖ ਕੇ ਫਿਰ ਚੰਦੇ ਦੀਆਂ ਟਿਕਟਾਂ ਜਿਹੜੀਆਂ ਨੇ ਉਹਨਾਂ ਨਾਲੋਂ ਕੁੜੀਆਂ ਉੱਥੇ 10-15 ਸੱਦ ਲੈਣੀਆਂ। ਉੱਥੇ ਜਾ ਕੇ ਜਿਹੜੇ ਉਹ ਐਮਟੀਏ ਦੇ ਵਿੱਚ ਮੁੰਡੇ ਤੇ ਜੋ ਡਸ਼ਕਰੇ ਨੇ ਉਹਨਾਂ ਨਾਲ ਬਹਿ ਕੇ ਟ੍ਰੇਨਿੰਗ ਹੋ ਰਹੀ ਹੈ। ਐ ਜੀ ਸੀ ਕੰਮ। ਇਹ ਕੰਮ। ਔਰ ਉਹ ਲੜਕੀਆਂ ਖੁਸ਼ੀ ਨਾਲ ਦੱਸਦੀਆਂ ਹੁੰਦੀਆਂ ਸੀ ਆ ਕੇ ਕਿ ਤੁਸੀਂ ਐਮਟੀਏ ਦਾ ਹਿੱਸਾ ਨਹੀਂ ਬਣੇ, ਤੁਸੀਂ ਬਦਕਿਸਮਤ ਰਹਿ ਗਏ ਹੈ, ਸਾਨੂੰ ਟਿਕਟਾਂ ਵੀ ਮਿਲਦੀਆਂ ਨੇ, ਸਾਨੂੰ ਉੱਥੇ ਖਾਣਾ ਵੀ ਅੱਛਾ, ਹਜ਼ੂਰ ਕੀ ਬਲੇਸਿੰਗ ਵੀ ਮਿਲੀ, ਸਾਡੀ ਮੁਲਾਕਾਤ ਵੀ ਹੋਈ ਹਜ਼ੂਰ ਨਾਲ। ਉਹ ਜਿਹੜਾ ਸ਼ੈਂਡੀ ਸ਼ਾਹ ਹੈ ਉਹ ਬਹੁਤ ਅੱਛਾ ਨਾਈਸ ਆਦਮੀ ਹੈ। ਸ਼ੈਂਡੀ ਸ਼ਾਹ ਦੀਆਂ ਤਾਰੀਫਾਂ। ਔਰ ਉਹ ਜਿੰਨੀਆਂ ਲੜਕੀਆਂ ਨੇ ਹਾਲੈਂਡ 'ਚ, ਇੱਥੇ ਬੈਲਜੀਅਮ 'ਚ, ਉਹਨਾਂ ਸਾਰੀਆਂ ਦੇ ਵਿਆਹ ਹੋਏ, ਮਹੀਨਾ ਮਹੀਨਾ ਚੱਲੇ, ਤਲਾਕਾਂ ਹੋ ਗਈਆਂ। ਉਹ ਹਜੇ ਤੱਕ ਖਿਦਮਤ ਵਿੱਚ ਹੀ ਨੇ ਸ਼ੈਂਡੀ ਸ਼ਾਹ ਦੀਆਂ। ਔਰ ਜਦੋਂ ਜਲਸਾ ਹੁੰਦਾ ਹੈ ਉਹ ਜਲਸੇ ਨੂੰ ਮੈਨੇਜ ਕਰਦੀਆਂ ਨੇ, ਇਹ ਕੈਮਰੇ ਸ਼ੈਮਰੇ ਸੈੱਟ ਕਰਨ ਵਿੱਚ। ਨਹੀਂ, ਇਹ ਮਹੀਨੇ ਬਾਅਦ ਤਲਾਕ ਹੋ ਗਈ, ਲੇਕਿਨ ਉੱਥੇ ਐਮਟੀਏ ਦੀ ਸਰਵਿਸ ਕਿੰਨਾ ਚਿਰ ਦਿੰਦੀਆਂ ਰਹੀਆਂ? ਐਮਟੀਏ ਦੀ ਸਰਵਿਸ ਉਹ ਹਜੇ ਤੱਕ ਹੁਣ ਤੇ ਇੰਨੇ ਸਾਲ ਹੋ ਗਏ, ਹਜੇ ਤੱਕ ਸੁਣਿਆ ਉਹੀ ਨੇ ਟ੍ਰੇਨਡ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਹੂੰ। ਔਰ ਮਾਸ਼ਾਅੱਲਾ ਜੀ, ਤੁਹਾਡੇ ਬਾਪ, ਤੁਹਾਡੇ ਭਰਾ ਜਿਹੜੇ ਨੇ ਤੁਹਾਨੂੰ ਨਫਸਿਆਤੀ ਦਬਾਅ ਪਾਉਂਦੇ ਨੇ। ਮੇਰੇ ਬ੍ਰਦਰ ਜਿਹੜੇ ਨੇ ਉਹ ਉਹਨਾਂ ਨੇ ਬਹੁਤ ਬੁਰਾ ਮਨਾਇਆ ਕਿ ਤੇ ਖੁਸ਼ਕਿਸਮਤੀ ਦਾ ਕੰਮ ਤੂੰ ਠੁਕਰਾ ਰਹੀ ਹੈ, ਤੈਨੂੰ ਆਪਣੇ ਕੰਮ ਦੀ ਪਈ ਹੈ। ਮੈਨੂੰ ਸ਼ੌਕ ਸੀ ਮੇਰਾ ਆਪਣੇ ਹੱਥਾਂ ਨਾਲ ਆਪਣਾ ਕੰਮ ਕਰੋ ਬਸ। ਤੇ ਉਹ ਕਹਿ ਰਹੇ ਸੀ ਕਿ ਦੇਖੋ ਖੁਸ਼ਕਿਸਮਤੀ। ਮੈਂ ਤੁਹਾਡੇ ਨਾਲ ਆਪਣੇ ਹੱਡ ਬੀਤੀ ਤੁਹਾਨੂੰ ਸੁਣਾਣਾ। ਮੈਂ ਇੱਥੇ ਇਹਨਾਂ ਦਾ ਰਿਸ਼ਤੇ ਨਾਤੇ ਦਾ ਇਹਨਾਂ ਦਾ ਉਹ ਸੈਕਟ ਬਣਿਆ ਏ, ਜਿਹੜਾ ਉਹ ਕਾਦੀਆਨੀ ਮਲੰਗਾ ਨੇ ਬਣਾਇਆ ਹੈ ਰਿਸ਼ਤੇ ਨਾਤੇ ਦਾ। ਕੀ ਉਹਨੂੰ ਆਂਦੇ ਨੇ, ਰਿਸ਼ਤਾ ਨਾਤਾ ਡਿਪਾਰਟਮੈਂਟ। ਜੀ ਜੀ। ਹਾਂਜੀ। ਉਹ ਮੈਂ ਉਦੋਂ ਮੈਂ ਜਮਾਤ ਦੇ ਵਿੱਚ ਸਾਂ, ਡੱਬ ਖੜੱਬਾ ਸਾਂ, ਡੱਬ ਖੜੱਬਾ ਮਲੰਗ ਸਾਂ। ਅੱਧਾ ਕੁ ਮੈਂ ਛੱਡ ਗਿਆ ਹਾਂ ਤੇ ਅੱਧਾ ਕੁ ਅਜੇ ਮੈਂ ਇਸ ਤਰ੍ਹਾਂ ਹੀ ਸਾਂ। ਉਹ ਮੈਂ ਇੱਥੇ ਨਾ ਇੱਕ ਅਹੁਦੇਦਾਰ ਨੂੰ ਕਿਹਾ, ਮੈਂ ਕਿਹਾ ਯਾਰ ਕੋਈ ਕੁੜੀ ਚੰਗੀ ਕੋਈ ਮੂੰਹ ਮੱਥੇ ਲੱਗਦੀ ਲੱਭ ਦਿਓ। ਅੱਛਾ। ਹੈਂ? ਉਹ ਆਖਣ ਲੱਗਾ ਕੋਈ ਗੱਲ ਨਹੀਂ, ਸੈਕਟਰੀ ਸਾਹਿਬ ਨੂੰ ਮਿਲ ਲੈਨੇ ਆ। ਤੇ ਸੈਕਟਰੀ ਸਾਹਿਬ ਜਿਹੜੇ ਨੇ ਉਹ ਜਨਾਬ, ਰਿਸ਼ਤੇ ਨਾਤੇ ਦਾ ਤਰੀਕੇਕਾਰ ਇਹਨਾਂ ਦਾ ਕੀ ਹੈ? ਤਰੀਕੇਕਾਰ ਇਹਨਾਂ ਦਾ ਇਹ ਆ ਕਿ ਤੁਸੀਂ ਸਾਰੀ ਇਨਫੋਰਮੇਸ਼ਨ ਆਪਣੀ ਦਿਓ, ਮੁੰਡੇ ਵਾਲੇ ਸਾਰੀ ਇਨਫੋਰਮੇਸ਼ਨ ਆਪਣੀ ਦੇਣ, ਤੇ ਨਾ ਤੁਹਾਡੀ ਜਿਹੜਾ ਕਾਂਟੈਕਟ ਇਨਫੋਰਮੇਸ਼ਨ ਹੈ ਤੁਹਾਡੀ ਉਹ ਨਹੀਂ ਸ਼ੋ ਹੋਣੀ, ਤੇ ਨਾ ਮੁੰਡੇ ਵਾਲਿਆਂ ਦੀ ਹੋਣੀ ਹੈ। ਠੀਕ ਹੈ ਜੀ? ਅੱਛਾ। ਉਹਦੀ ਜਿਹੜੀ ਇਨਫੋਰਮੇਸ਼ਨ ਸ਼ੋ ਹੋਣੀ ਹੈ, ਨਾਮ ਸ਼ੋ ਹੋਣਾ ਹੈ, ਸਿਰਫ ਨਾਮ। ਅੱਗੋਂ ਜਨਾਬ ਹਨੇਰਾ ਹੈ। ਹੂੰ। ਅੱਛਾ। ਉਹ ਇਨਫੋਰਮੇਸ਼ਨ ਸ਼ੋ ਹੋਣੀ ਹੈ ਸੈਕਟਰੀ ਨੂੰ, ਰਿਸ਼ਤੇ ਨਾਤੇ ਨੂੰ। ਹੂੰ। ਹੁਣ ਉਹਦਾ ਇਹ ਸੈਕਟਰੀ ਰਿਸ਼ਤਾ ਨਾਤਾ ਜਿਹੜਾ ਉਹਨੇ ਡਿਸਾਈਡ ਕਰਨਾ ਹੈ ਕਿ ਆਹ ਜਿਹੜਾ ਰਿਸ਼ਤਾ ਮੁੰਡੇ ਵਾਲਾ ਏ, ਆਹ ਫਲਾਣੀ ਕਾਦੀਆਨੀ ਮਲੰਗ ਜਿਹੜਾ ਹੈ ਇਹ ਫਲਾਣੀ ਮਲੰਗਣੀ ਵਾਸਤੇ ठीक है। फैसला उन्हें करना है, तो उन्हें फिर राबता करना है कि हाँ जी आपने अप्लाई किया था और आप ऐसे करें कि आपके लिए ये वाला रिश्ता है, आप उनसे राबता कर लें। ठीक है जी? अच्छा। सवाल पैदा होता है कि रिश्ता लोगों की पसंद नहीं, सैकटरी साहब की पसंद है। ठीक है? वो मैं मलंग नूं क्या, मैं कहा मलंगा मेरा तू रिश्ता जे तू हेल्प करें तो की करेगा?
ਅੱਛਾ। ਆਂਦਾ ਇੰਜ ਕਰਨੇ ਆ, ਸੈਕਟਰੀ ਸਾਹਿਬ ਨੂੰ ਰੁਪਈਆ 1000 ਦਿੰਨੇ ਆ ਤੇ ਸੈਕਟਰੀ ਸਾਹਿਬ ਮਨਾ ਲੈਣਗੇ ਉਹ ਕੁੜੀ ਨੂੰ। ਮੈਂ ਕਿਹਾ ਜਦੋਂ ਕੁੜੀ ਕਿਵੇਂ ਧੱਕੇ ਨਾਲ ਮਨਾ ਲੈਣਗੇ? ਉਹ ਆਖਾਂਗਾ ਮਨਾਉਣ ਦੇ 3-4 ਤਰੀਕੇ ਨੇ। ਪਹਿਲੋਂ ਤਾਂ ਉਹਨਾਂ ਨੂੰ ਰਿਸ਼ਤਾ ਹੀ ਵਹਾਓ ਭੈੜੇ ਚੰਗੇ ਹੂੰ। ਕਿਸੇ ਕਿਸੇ ਨਾ ਕੰਮ ਦੇ, ਤੇ ਫਿਰ ਉਹ ਵਹਾਂਦਿਆਂ ਵਹਾਂਦਿਆਂ ਉਹਨਾਂ ਨੂੰ ਕਹੋ ਕਿ ਆ ਹੈ ਤੇ ਇਹ ਜਨਾਬ ਵਾਲੀ ਇਹ ਤੁਸੀਂ ਜ਼ਰੂਰ ਕਰ ਲਓ, ਬਹੁਤ ਮੁਖਲਸ ਬੰਦਾ ਹੈ, ਬਹੁਤ ਮੁਖਲਸ। ਮੈਂ ਕਿਹਾ ਫਿਰ? ਉਹਨੇ ਕਿਹਾ ਜੇ ਨਾ ਮੰਨੇ ਤੇ ਕਿਸੇ ਲੋਕਲ ਮੁਰੱਬੀ ਦਾ ਫੋਨ ਕਰਾ ਲਓ कि ये जमात की बाबरकत है और मेरी राय में। ਉਹਨੂੰ ਮੁਰੱਬੀ ਨੂੰ 2 ਦਿਨ ਰੋਟੀ ਖਵਾ, ਉਹ ਵੀ ਤੈਨੂੰ ਰਾਏ ਦੇ ਦੇਗਾ ਆਪਣੀ ਵਿੱਚ ਉਸ ਰਿਸ਼ਤੇ ਨੂੰ। ਜੇ ਨਹੀਂ ਤੇ ਉਹਨੂੰ ਅਮੀਰ ਦਾ ਫੋਨ ਕਰਾ ਦੇ कि अमीर साहब कहें कि ये हमारे एक मुखलस आमदी दोस्त हैं। और ਉਹਨੇ ਕਿਹਾ 3-4-5 ਸਾਡੇ ਕੋਲ ਸਟੇਜਾਂ ਨੇ, ਕਿਸੇ ਨਾ ਕਿਸੇ ਸਟੇਜ ਤੋਂ ਮਲੰਗਣੀ ਮੰਨੇਗੀ ਕਿਉਂ ਨਾ? ਤੂੰ ਸਾਡੇ ਨਾਲ ਟੁਰ ਮਲੰਗਣੀ ਮਨਾਣਾ ਸਾਡਾ ਕੰਮ ਏ। ਤੇ ਵਧੀਆ ਮਲੰਗਣੀ ਜੇ ਲੱਭਣੀ ਹੈ ਤੇ ਸੈਕਟਰੀ ਸਾਹਿਬ ਨੂੰ ਰਾਜੀ ਕਰ ਲੈ। ਆ ਜੇ ਤਰੀਕੇਕਾਰ। ਅੱਛਾ। ਹਾਂਜੀ, ਇਹ ਤਰੀਕੇਕਾਰ ਜੇ ਜਿਹੜਾ ਬੰਦਾ। ਅੱਛਾ ਫਿਰ ਇੱਕ ਹੋਰ ਗੱਲ, ਯਕੀਨ ਕਰੋ ਸੱਚ, ਮੈਨੂੰ ਇੱਕ ਚੌਧਰੀ ਹੋਰ। ਭਾਈ, ਜਦੋਂ ਤੁਸੀਂ ਮਲੰਗਣੀ ਕਹਿੰਦੇ ਹੋ, ਮਲੰਗ ਕਹਿੰਦੇ, ਇਹਨਾਂ ਨੂੰ ਕਿਉਂ ਬੁਰਾ ਲੱਗਦਾ ਹੈ? ਇਹਨਾਂ ਨੂੰ ਬੁਰਾ ਲੱਗਣਾ ਨਹੀਂ ਚਾਹੀਦਾ। ਦੇਖੋ ਮਲੰਗ ਇਹਨਾਂ ਨੂੰ ਕਹਿਣਾ, ਮਲੰਗਣੀ ਕਹਿਣਾ, ਮਲੰਗ ਔਰ ਮਲੰਗਣੀ ਦੇ ਲਫ਼ਜ਼ ਦੀ ਤੋਹੀਨ ਹੈ। ਯਕੀਨ ਕਰ ਲਓ, ਆਮ ਤੌਰ ਤੇ ਜਿਹੜਾ ਮਲੰਗ ਹੁੰਦਾ ਏ ਉਹ ਪੀਰ ਤੇ ਪੀਰਾਂ ਦੇ ਮੰਨਣ ਵਾਲੇ ਲੋਕੀ ਕੋਈ ਮਲੰਗ ਕਹਿ ਦਿੰਦਾ ਤੇ ਕੋਈ ਮਰੀਦ ਕਹਿ ਦਿੰਦਾ। ਠੀਕ ਹੈ ਨਾ ਜੀ? ਦੁਨੀਆ 'ਚ ਕੋਈ ਐਸਾ ਪੀਰ ਮੈਨੂੰ ਇੱਕ ਦੱਸੋ ਜਿਹੜਾ ਆਪਣੀ ਕੁੜੀ ਨਾਲ ਜ਼ਨਾ ਕਰਦਾ ਹੋਏ? ਬਿਲਕੁਲ ਨਹੀਂ ਹੈ। ਕੋਈ ਐਸਾ ਮੈਨੂੰ ਦੁਨੀਆ 'ਚ ਮਲੰਗ ਦੱਸੋ ਜਿਹੜਾ ਆਪਣੀ ਕੁੜੀ ਨਾਲ ਜ਼ਨਾ ਕਰਨ ਵਾਲੇ ਪੀਰ ਨੂੰ ਹਜ਼ੂਰ ਕਹਿੰਦਾ ਹੋਏ ਜਾਂ ਪੀਰ ਕਹਿੰਦਾ ਹੋਏ? ਕੋਈ ਨਹੀਂ। ਬਹੁਤ ਸ਼ੁਕਰੀਆ। ਜਿਵੇਂ ਦਾ ਇਹ ਟੋਲਾ ਹੈ, ਇਹਨਾਂ ਨੂੰ ਪੀਰ ਕਹਿਣਾ ਔਰ ਇਹਨਾਂ ਨੂੰ ਮਲੰਗ ਕਹਿਣਾ, ਪੀਰ ਦੇ ਲਫ਼ਜ਼ ਦੀ ਤੋਹੀਨ ਹੈ, ਮਲੰਗ ਦੇ ਲਫ਼ਜ਼ ਦੀ ਤੋਹੀਨ ਹੈ। ਲੇਕਿਨ ਮਲੰਗ ਆਮ ਤੌਰ ਤੇ ਇੱਕ ਐਸਾ ਹੁੰਦਾ ਹੈ ਕਿ ਨਾ ਉਹਨੂੰ ਆਪਣੇ ਆਪ ਦੀ ਹੋਸ਼ ਹੁੰਦੀ ਹੈ। ਮਲੰਗ ਇਹਨਾਂ ਨੂੰ ਮੈਂ ਕਹਿਣਾ ਕਿਉਂ ਆ? ਆਮ ਤੌਰ ਤੇ ਅਸੀਂ ਜਦੋਂ ਮਲੰਗ ਆਨੇ ਆ ਨਾ, ਹੁਣ ਨਵਾਂ, ਹਾਲਾਂਕਿ ਵੇਖੋ ਨਾ ਇੱਕ ਬੜਾ ਮਸ਼ਹੂਰ ਉਹ ਗਾਣਾ ਵੀ ਹੈ ਕਿ ਮੈਂ ਅਲੀ ਦਾ ਮਲੰਗ, ਉਹ ਮੇਰਾ ਕਵਾਲੀ ਬਣੀ ਹੈ। ਠੀਕ ਹੈ ਨਾ ਜੀ? ਮਲੰਗ ਏਡਾ ਮਾੜਾ ਲਫ਼ਜ਼ ਨਹੀਂ, ਲੇਕਿਨ ਆਮ ਤੌਰ ਤੇ ਮਲੰਗ ਇਸਤੇਮਾਲ ਹੁੰਦਾ ਹੈ ਜਿਹੜਾ ਬੰਦਾ ਨਾ ਆਪਣੀ ਹਾਲਤ ਵੱਲੋਂ ਵੇਖੇ ਨਾ ਪੀਰ ਦੀ ਹਾਲਤ ਵੱਲੋਂ ਵੇਖੇ। ਬਸ ਉਹਦਾ ਕੰਮ ਹੈ ਕਿ ਜਨਾਬ ਸਿਰ ਸੁੱਟ ਕੇ ਨਾ ਤੇ ਬਸ ਆਖੀ ਜਾਣਾ ਕਿ ਮੇਰਾ ਮੁਰਸ਼ਦ ਜੇ ਉਹਨੂੰ ਆਖੋ ਨਾ ਕਿ ਯਾਰ ਤੇਰੀ ਥੱਲਿਓਂ ਸ਼ਲਵਾਰ ਲੱਥੀ ਏ, ਜੂਆਂ ਤੇਰੇ ਸਿਰ 'ਚ ਪਈਆਂ ਨੇ, ਮੂੰਹ ਤੇਰੇ ਝੁਰਾਲਾਂ ਪਈਆਂ ਵਗਦੀਆਂ ਨੇ, ਉਹ ਜਾ ਕੇ ਨਹਾ, ਕੱਪੜੇ ਬਦਲੋ, ਖੁਦਾ ਦਾ ਖੌਫ ਕਰ। ਉਹ ਆਂਦਾ ਨਹੀਂ, ਉਹ ਗੱਲ ਹੀ ਨਹੀਂ ਸੁਣਦਾ। ਜੇ ਤੁਸੀਂ ਇਸ ਗੱਲ ਨੂੰ ਛੱਡ ਕੇ ਅਗਲੀ ਗੱਲ ਸ਼ੁਰੂ ਕਰ ਲਓ ਕਿ ਜਿਹੜੇ ਤੂੰ ਪੀਰ ਨੂੰ ਮੰਨਣਾ ਉਹ ਬਦਕਾਰ ਏ, ਉਹ ਫੀਮੀ ਏ, ਉਹ ਚਰਸੀ ਏ, ਉਹ ਜਾਹਲ ਏ, ਉਹ ਇਹ ਵੀ ਨਹੀਂ ਸੁਣਦਾ। ਉਹ ਇੱਕੋ ਹੀ ਨਾਰਾ ਮਾਰੀ ਜਾਂਦਾ, ਮੇਰਾ ਪੀਰ, ਮੇਰਾ ਪੀਰ, ਮੇਰਾ ਪੀਰ। ਕਾਦੀਆਨੀ ਮਲੰਗਾਂ ਦਾ ਇਹ ਹਾਲ ਹੈ। ਜੇ ਅਸੀਂ ਆਨੇ ਆ ਤੁਹਾਡਾ ਚੰਦਾ ਇਹ ਲੁੱਟੀ ਜਾਂਦੇ ਨੇ, ਇੱਜ਼ਤਾਂ ਤੁਹਾਡੀਆਂ ਲੁੱਟੀ ਜਾਂਦੇ ਨੇ, ਅਖਰਾਜ ਦੀਆਂ ਜੁੱਤੀਆਂ ਤੁਹਾਡੇ ਸਿਰ 'ਚ ਮਾਰੀ ਜਾਂਦੇ ਨੇ, ਉਹ ਕੋਈ ਹੋਸ਼ ਕਰੋ ਬਗੈਰ ਤੋਂ। ਬਿਲਕੁਲ ਕੋਈ ਗੈਰਤ ਨਹੀਂ ਕਰਦਾ ਇਹ ਮਲੰਗ। ਜੇ ਇਹਨਾਂ ਨੂੰ ਆਨੇ ਆ ਕੋਈ ਆਪਣੇ ਪੀਰ ਦੀ ਹਾਲਤ ਵੇਖੋ, ਇਹ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਨ ਵਾਲਾ ਟੋਲਾ ਹੈ, ਉਧਰ ਵੀ ਨਹੀਂ ਗੌਰ ਕਰਦੇ। ਮੇਰਾ ਹਜ਼ੂਰ, ਮੇਰਾ ਹਜ਼ੂਰ, ਮੇਰਾ ਹਜ਼ੂਰ, ਮੇਰਾ ਹਜ਼ੂਰ। ਇਹਨਾਂ ਨੂੰ ਮੈਂ ਮਲੰਗਣਾ ਕਹਾਂ ਤੇ ਹੋਰ ਕੀ ਕਹਾਂ? ਅੱਛਾ। ਅੱਛਾ, ਅਖਰਾਜ ਕਰਕੇ ਕਿੰਨਾ ਖੁਸ਼ ਹੁੰਦੇ ਨੇ ਫਿਰ? ਹਾਂਜੀ, ਅਖਰਾਜ ਕਰਕੇ ਇਹ ਇੱਕ ਸੋਸ਼ਲ ਬਾਈਕਾਟ ਜਿਹੜਾ ਹੈ, ਇਹ ਇੱਕ ਜ਼ੁਲਮ ਹੈ। ਲੇਕਿਨ ਇਸੇ ਮਾਰੇ ਤਾਂ ਮਲੰਗ ਆਨੇ ਆ ਕਿ ਮਲੰਗ ਮਲੰਗਣੀਆਂ ਬਜਾਏ ਦੇ ਕੇ ਗੈਰਤ ਕਰਨ ਕਿ ਸਾਡੇ ਚੰਦੇ ਤੇ ਪਲਣ ਵਾਲੇ ਲੌਂਡੇਬਾਜ਼ ਮੁਰੱਬੀ ਔਰ ਲੌਂਡੇਬਾਜ਼ ਜਿਹੜੇ ਕਾਦੀਆਨੀ ਪੀਰ ਨੇ, ਇਹਨਾਂ ਨੇ ਕੀਤਾ ਕੀ ਹੈ ਸਾਡੇ ਨਾਲ? ਬਜਾਏ ਦੇ ਕੇ ਗੈਰਤ ਕਰਨ, ਸਵਾਲ ਕਰਨ, ਕੋਈ ਥੋੜੀ ਬਹੁਤੀ ਗੈਰਤ ਵਹਾਣ। ਇਹ ਮਲੰਗ ਮਲੰਗਣੀਆਂ ਅਖਰਾਜ ਦਾ ਸੁਣ ਕੇ ਤੇ ਇੱਕ ਦੂਜੇ ਨੂੰ ਤਾਨੇ ਦਿੰਦੇ ਨੇ। ਹੱਕ ਤੇ ਬਣਦਾ ਕਿ ਲੌਂਡੇਬਾਜ਼ ਮੁਰੱਬੀ ਨੂੰ ਇਹ ਪੁੱਛਣ ਕਿ ਬਈ ਅਖਰਾਜ ਇਸਲਾਮ ਦੇ ਕਿਹੜੀ ਸਜ਼ਾ ਹੈ ਜਿਹੜੀ ਤੁਹਾਨੂੰ ਦੇਣ ਡਿਆ, ਕਾਨੂੰਨੀ ਤੌਰ ਤੇ ਜਾਂ ਅਖਲਾਕੀ ਤੌਰ ਤੇ ਕਿਆ ਹੈ ਜਾਇਜ਼ ਹੈ, ਨਹੀਂ ਜਾਇਜ਼? ਜੇ ਜਾਇਜ਼ ਨਹੀਂ ਜਾਂ ਇਸਲਾਮ ਦੇ ਮੁਤਾਬਕ ਵੀ ਕੋਈ ਐਸੀ ਸਜ਼ਾ ਹੈ ਹੀ ਨਹੀਂ ਤੇ ਤੂੰ ਲੌਂਡੇਬਾਜ਼ਾ ਇਹ ਕੀ ਕੰਮ ਕਰਨ ਡਿਆ ਨਾ? ਇਹ ਏਡੇ ਜਾਹਲ ਮਲੰਗ ਨੇ
ਬਜਾਏ ਇਸ ਦੇ ਕਿ ਉਸ ਲੌਂਡੇਬਾਜ਼ ਨੂੰ ਸਵਾਲ ਕਰਨ, ਇਹ ਆਪੋ ਹੀ ਤਾਨੇ ਦਿੰਦੇ ਨੇ, ਤੇਰਾ ਖਰਾਜ ਹੋ ਗਿਆ, ਤੇਰਾ ਖਰਾਜ ਹੋ ਗਿਆ, ਤੇਰਾ ਖਰਾਜ ਹੋ ਗਿਆ। ਅੱਛਾ, ਤੇ ਉਹ ਜਿਹਦਾ ਅਖਰਾਜ ਕਰਦੇ ਨੇ ਉਹ ਰੋਂਦਾ ਫਿਰਦਾ ਫਿਰ? ਹਾਂ, ਉਹ ਅੱਛਾ, ਅਖਰਾਜ ਜਿਹੜੇ ਕਰਦੇ ਨੇ ਉਸ ਮਲੰਗ ਦੀ ਦੂਜੇ ਮਲੰਗ ਗੱਲ ਹੀ ਨਹੀਂ ਸੁਣਦੇ। ਉਹ ਜੇ ਆਖੇ ਨਾ ਕਿ ਮੇਰੀ ਗੱਲ ਸੁਣੋ, ਮੈਂ ਹੱਕ ਤੇ ਆ, ਨਾ 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 ਨਾ, ਮਾਫੀ ਮੰਗ, ਮਾਫੀ ਮੰਗ, ਮਾਫੀ ਮੰਗ, ਮਾਫੀ ਮੰਗ। ਉਹ ਯਾਰ ਮੇਰਾ ਕਸੂਰ ਕੋਨੇ, ਨਾ 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 ਨਾ, ਇੱਕੋ ਹੀ ਸਾਡਾ ਕੰਮ ਹੈ, ਮਾਫੀ ਮੰਗ, ਮਾਫੀ ਮੰਗ। ਉਹ ਕਾਦੀ ਮੈਂ ਮਾਫੀ ਮੰਗਾ? ਨਹੀਂ ਨਹੀਂ, ਇਹ ਸਵਾਲ ਹੀ ਨਹੀਂ। ਜੇ ਕਿਸੇ ਮਲੰਗ ਨੇ ਮਲੰਗਣੀ ਨੂੰ ਅੱਖ ਮਾਰੀ ਏ ਤਾਂ ਵੀ ਇਖਰਾਜ ਏ, ਜੇ ਕੋਈ ਮਲੰਗਣੀ ਕੱਢ ਕੇ ਲੈ ਗਿਆ ਤਾਂ ਵੀ ਇਖਰਾਜ ਏ, ਜੇ ਮਲੰਗਣੀ ਕਿਸੇ ਨੇ ਮਾਰ ਛੱਡੀ ਏ ਤਾਂ ਵੀ ਇਖਰਾਜ। ਖੋਤੇ ਘੋੜੇ ਦੀ ਕੋਈ ਸਜ਼ਾ ਏ? ਪਹਿਲਾਂ ਤੇ ਫੈਸਲਾ ਵੇਖੋ ਤੁਸੀਂ। ਜੇ ਕਿਸੇ ਮਲੰਗ ਨੇ ਕਿਸੇ ਦੂਜੇ ਮਲੰਗ ਦਾ 200 ਰੁਪਇਆ ਦੇਣਾ ਹੈ, ਉਹ ਨਹੀਂ ਦਿੱਤਾ, ਜੇ ਕੋਈ ਮਲੰਗ ਮੁਰੱਬੀ ਨਾਲ ਲੜ ਪਿਆ ਤਾਂ, ਜੇ ਕੋਈ ਮਲੰਗ ਆਪੋ ਚ ਲੜ ਪਿਆ ਤਾਂ, ਜੇ ਕੋਈ ਮਲੰਗ ਨੇ ਮਲੰਗ ਮਾਰ ਛੜਿਆ ਤਾਂ, ਖੋਤੇ ਘੋੜੇ ਦੀ ਸਜ਼ਾ। ਇਹ ਜਮਾਤੇ ਅਹਿਮਦੀਆ ਦਾ ਅਦਲ ਦਾ ਇਨਸਾਫ ਹੈ, ਕਾਨੂੰਨ ਹੈ। ਇਹ ਸਜ਼ਾ ਕੀ ਹੈ? ਅਖਰਾਜ ਹੋ ਗਿਆ, ਖਰਾਜ ਹੋ ਗਿਆ। ਮੈਂ ਮਲੰਗਣੀ ਨੂੰ ਅੱਖ ਮਾਰੀ ਹੈ, ਮੇਰਾ ਵੀ ਖਰਾਜ ਏ। ਦੂਜਾ ਬੰਦਾ ਮਲੰਗਣੀ ਕੱਢ ਕੇ ਲੈ ਗਿਆ, ਉਹਦਾ ਵੀ ਖਰਾਜ ਏ। ਜਿਹੜਾ ਕੱਢ ਕੇ ਲੈ ਗਿਆ ਉਹਦੀ ਹੋ ਸਕਦਾ ਮਾਫੀ ਹੋ ਜਾਏ ਹਫਤੇ ਚ, ਉਹ ਜਿੰਨੇ ਅੱਖ ਮਾਰੀ ਉਹਦੀ ਮਾਫੀ ਨਹੀਂ ਹੋਣੀ। ਚੱਲ ਰੋਂਦਾ ਫਿਰ। ਇਹ ਨਿਜ਼ਾਮ ਹੈ, ਇਨਸਾਫ ਇਸ ਜਮਾਤ ਦਾ, ਤੇ ਤੁਹਾਨੂੰ ਸਾਰਾ ਪਤਾ ਹੈ ਜੀ ਇਨਸਾਫ। ਔਰ ਅਖਰਾਜ ਤੋਂ ਬਾਅਦ ਕਈ ਉਹ ਮਲੰਗ ਨੇ ਜਿਨ੍ਹਾਂ ਨੂੰ ਹਫਤੇ ਦੇ ਵਿੱਚ ਵਿੱਚ ਲਓ ਜੀ ਮਾਫੀ ਹੋ ਗਈ, ਮਾਫੀ ਹੋ ਗਈ, ਮਾਫੀ ਹੋ ਗਈ, ਲੈਟਰ ਆ ਗਿਆ। ਕਈ ਉਹ ਮਲੰਗ ਨੇ ਜਾਂ ਮਲੰਗਣੀਆਂ ਜਿਨ੍ਹਾਂ ਨੂੰ 20-20 ਸਾਲ ਹੋ ਗਏ ਨੇ, ਸਿਰ ਚਿੱਟੇ ਹੋ ਗਏ ਨੇ, ਕੁੜੀ ਦਾ ਰਿਸ਼ਤਾ ਕਰਨਾ, ਕੁੜੀਆਂ ਬੁੱਢੀਆਂ ਹੋ ਗਈਆਂ ਨੇ, ਮਿਰਜ਼ਾ ਸਾਹਿਬ ਮਾਫੀ ਨਹੀਂ ਦੇ ਰਹੇ। ਨਹੀਂ ਨਹੀਂ, ਮਿਰਜ਼ਾ ਜਿਹੜਾ ਉਹ ਇਹਨਾਂ ਦਾ ਇੱਕ ਕਿਸਮ ਦਾ ਰੱਬ ਉਹਨੂੰ ਮੰਨਦੇ ਨੇ। ਰੱਬ ਨਹੀਂ, ਜਿੰਨਾ ਜਾਹਲ ਔਰ ਜਿੰਨਾ ਬਦਕਾਰ ਮਲੰਗ ਹੋਏਗਾ ਉਹਨੇ ਪੀਰ ਦੀਆਂ ਮੌਜਾਂ ਨੇ। ਇਹ ਸਾਰੇ ਕਾਦੀਆਨੀ ਜਾਹਲ ਮਲੰਗ ਨੇ, ਉਹ ਪੀਰ ਦੀਆਂ ਮੌਜਾਂ ਨੇ। ਉਹ ਪੱਗ ਬੰਨ ਗਏ, ਥੱਲੇ ਡੈਪਰ ਬੰਨ ਕੇ ਪਿੜਪਿੜ ਕਰਦਾ ਫਿਰਦਾ, ਟੁਰਿਆ ਫਿਰਦਾ, ਮੌਜਾਂ ਕਰਦਾ ਫਿਰਦਾ। ਖਤ ਲਿਖੋ, ਖਤ ਲਿਖੇ ਹਜ਼ੂਰ ਕੋ, ਲਿਖਾ ਹੈ ਕਿ ਨਹੀਂ? ਮੇਰੀ ਜੁੱਤੀ ਲਿਖਦੀ ਹੈ, ਮੈਂ ਕਿਉਂ ਲਿਖਣਾ ਇਹਨੂੰ? ਅੱਛਾ, ਨਹੀਂ ਆਪਸ ਚ ਗੱਲਾਂ ਕਰਦੀਆਂ ਜਦੋਂ ਜਾਓ ਨਾ, ਇਹਨਾਂ ਦੇ ਉੱਥੇ ਜਾਂਦੇ ਹੁੰਦੇ ਸਾਂ, ਜਾਂਦੇ ਹੀ ਹਜ਼ੂਰ ਕੋ ਖਤ ਲਿਖਾ, ਕਿਤਨੇ ਲਿਖੇ, फिर कर दिया वो ना। पिछले हफ्ते मेरा ना ड्राइविंग का लाइसेंस मेरा था एग्जाम, तो मैं भूल ही गई हजूर को खत लिखना, तो मैं फेल हो गई। ले यही तो साहब है। ਤੇ ਮੈਂ ਜਦੋਂ ਲੈ ਦੇਣ ਚਲੀ ਨਾ ਐਗਜ਼ਾਮ ਪ੍ਰੈਕਟੀਕਲ ਦਾ, ਤੇ ਉਦੋਂ ਬੜਾ ਰੋਲ ਰਲ ਕੇ ਹੀ ਲਾਇਸੈਂਸ ਕੀਤਾ ਸੀ, ਕਿਉਂਕਿ ਸੋਸ਼ਲੀ ਮੈਂਟਲੀ ਸਪੋਰਟ ਕੋਈ ਨਹੀਂ ਸੀ। ਉਹ ਸਾਡੇ ਜ਼ਰਾ ਮਤਲਬ ਜਹਾਲਤ ਜ਼ਿਆਦਾ ਹੈ, ਤੇ ਉਹ ਸਮਝਦੇ ਸੀ ਕਿ ਲੜਕੀਆਂ ਨੂੰ ਇਹ ਡਰਾਈਵਿੰਗ ਵਗੈਰਾ ਨਹੀਂ ਸਿੱਖਣੀ ਚਾਹੀਦੀ, ਅਵਾਰਾ ਲੋਕਾਂ ਦਾ ਕੰਮ। ਉਹ ਜਦੋਂ ਮੈਂ ਜਿਸ ਦਿਨ ਮੇਰਾ ਐਗਜ਼ਾਮ ਸੀ ਨਾ, ਮੇਰੀ ਭੈਣ ਕਾਪੀ ਪੈਨਸਲ ਲੈ ਕੇ, ਉਹ ਵਿਚਾਰੀ ਦੀ ਨਜ਼ਰ ਵੀ ਕਮਜ਼ੋਰ ਆ, ਮੈਂ ਉਹਦੀਆਂ ਸੀੜੀਆਂ ਉਤਰੀ ਜਾਵਾਂ, ਉਹਦੇ ਕੋਲ ਰਹਿੰਦੀ ਸਾਂ, ਨਵੀਂ ਨਵੀਂ ਆਈ, ਮੈਂ ਉਹਦੀਆਂ ਸੀੜੀਆਂ ਉਤਰੀ ਜਾਵਾਂ, ਨਾਲ ਕਈ ਜਾਵਾਂ ਬਾਜੀ ਦਰਵਾਜ਼ਾ ਬੰਦ, ਆ ਠਹਿਰੀ, ਆ ਪੌੜੀਆਂ 'ਚ 2 ਹਰਫ ਲਿਖ ਦੇ ਜ਼ੋਰ ਨੂੰ, ਫੇਰ ਹੀ ਪਾਸ ਹੋਣਾ ਹੀ। ਅੱਛਾ, ਜ਼ੋਰ ਨੂੰ ਖਤ ਲਿਖ ਕੇ ਜਾ। ਹਾਂ, 2 ਲਫ਼ਜ਼ ਲਿਖ ਦੇ, ਮੈਂ ਪਾਵਾਂ। ਉਦੋਂ ਡਾਕ ਵਿੱਚ ਆਈਦਾ ਸੀ ਨਾ ਪਾਣ ਲਈ। ਆ 2 ਲਫ਼ਜ਼ ਲਿਖ ਦੇ, ਮੈਂ ਕਿਹਾ ਪਰਾਂ ਜਾ, ਪਾਸ ਹੋਣਾ ਆ, ਹੋ ਜਾਾਂਗੇ। ਲਓ ਜੀ, ਪਾਸ ਦੀ ਤੁਹਾਨੂੰ ਮੈਂ ਗੱਲ ਸੁਣਾਣਾ। ਮਿਰਜ਼ੇ ਗੁਲਾਮ ਕਾਦੀਆਨੀ ਟੱਟੀ ਮੂਤਰ ਸਰਕਾਰ ਜਿਹੜੀ ਏ, ਉਹਦਾ ਬਕਾਇਦਾ ਹਵਾਲਾ ਤਹਿਰੀਰ ਮੌਜੂਦ ਹੈ। ਉਹ ਮੁਨਸ਼ੀ ਦਾ ਇਮਤਿਹਾਨ ਦੇਣ ਗਿਆ, ਫੇਲ ਹੋ ਗਿਆ। ਇਹ ਲੈ, ਆਪ ਪੀਰ ਸਾਹਿਬ ਕਾਦੀਆਨੀ ਪੀਰ ਮੁਨਸ਼ੀ ਦਾ ਇਮਤਿਹਾਨ ਚੋਂ ਫੇਲ ਹੋ ਗਿਆ, ਔਰ ਉਸ ਪੀਰ ਦੀ ਦੁਆ ਨਾਲ ਕੁੱਲ ਕਾਦੀਆਨੀ ਮਲੰਗਣੀਆਂ ਮਲੰਗ ਪਾਸ ਹੋ ਜਾਂਦੇ ਨੇ। ਅੰਦਾਜ਼ਾ ਕਰੋ, ਪੀਰ ਸਾਹਿਬ ਆਪ ਨਹੀਂ ਪਾਸ ਹੋਏ। ਉਹ ਕਹਿੰਦੇ ਨੇ ਉਹ ਦੀਨਦਾਰੀ ਲਈ ਮਲੰਗਣੀਆਂ ਪਾਸ ਹੁੰਦੀਆਂ ਨੇ। ਉਹ ਕਹਿੰਦੇ ਅੱਲਾ ਨੇ ਦੀਨਦਾਰੀ ਲਈ ਬਣਾਏ ਸੀ। ਦੀਨਦਾਰੀ ਕਾਦੀ ਇਹਨਾਂ ਦੀ ਕਾਦੀ ਦੀਨਦਾਰੀ ਹੈ? ਉਹ ਦੁਨੀਆਦਾਰੀ ਵਾਸਤੇ ਕਹਿੰਦੇ ਹੈ ਹੀ ਨਹੀਂ ਸੀ ਮਿਰਜ਼ਾ ਕਾਦੀਆਨੀ। ਆਹ, ਤੇ ਜਿਹੜਾ ਦੀਨ ਇਹਨਾਂ ਲੋਕਾਂ ਨੂੰ ਦਿੱਤਾ ਉਹ ਵੀ ਵੇਖ ਲਓ, ਤੁਹਾਡੇ ਸਾਹਮਣੇ ਹੀ ਹੈ। ਸਾਨੂੰ ਅੱਧਾ ਘੰਟਾ ਹੋ ਗਿਆ, ਕੋਈ ਮਲੰਗ ਮਲੰਗਣੀ ਆਏ ਕੋ ਨਹੀਂ? ਕਿਸੇ ਨੂੰ ਐਡ ਤੇ ਕਰੋ, ਕਿਸੇ ਮਲੰਗਣੀ ਨੂੰ। ਆਈ ਨਹੀਂ, ਆਜੋ ਜੀ ਤੁਸੀਂ, ਕੋਈ ਮਲੰਗ ਮਲੰਗਣੀ ਲੱਭੋ, ਕੋਈ ਐਡ ਕਰੋ ਵਿੱਚ, ਕੋਈ ਮਿਰਜ਼ਾ ਸਾਹਿਬ ਦੀ ਸੱਚਾਈ ਦੱਸਣ ਸਾਨੂੰ। ਕੋਈ ਨਹੀਂ ਆ ਰਿਹਾ।
50-60 ਬੰਦੇ ਲਾਈਵ ਤੁਹਾਨੂੰ ਵੇਖਣ ਦੇ ਨੇ, ਔਰ ਇਹਨਾਂ ਦੇ ਵਿੱਚ ਮੈਂ ਦਾਅਵੇ ਨਾਲ ਕਹਿਣਾ ਕਿ ਇਹਨਾਂ 'ਚ ਅਕਸਰੀਅਤ ਕਾਦੀਆਨੀ ਮਲੰਗ ਮਲੰਗਣੀਆਂ ਦੀ ਹੈ। ਅੱਛਾ। ਅਕਸਰੀਅਤ ਇਹ ਨੇ, ਔਰ ਇਹ ਆਂਦੇ ਨੇ ਕਿ ਸਾਨੂੰ ਪ੍ਰਵਾਹ ਕੋ ਨਹੀਂ, ਜੋ ਮਰਜ਼ੀ ਕਰੋ। ਹਾਲਾਂਕਿ ਇਹਨਾਂ ਦਾ ਜਿਵੇਂ ਪੰਜਾਬੀ ਚ ਆਂਦੇ ਨਾ, ਮੂਤਰ ਨਿਕਲਦਾ ਜਦੋਂ ਅਸੀਂ ਮੀਡੀਆ ਤੇ ਆ ਜਾਂਦੇ ਆ, ਕਿਉਂਕਿ ਸਾਡੀ ਵਜ੍ਹਾ ਤੋਂ ਇਹਨਾਂ ਦਾ ਚੰਦਾ ਦਿਨੋਂ ਦਿਨ ਮੁੱਕਦਾ ਜਾਂਦਾ ਹੈ, ਤੇ ਚੰਦਾ ਮੁੱਕ ਗਿਆ ਤੇ ਧੰਦਾ ਮੁੱਕ ਜਾਣਾ। ਹੂੰ। ਚੰਦਾ ਇਮਰਾਨ ਮੁੱਕ ਬੁਲਾਇਆ ਜਾਣਾ ਤੇ ਪੁੱਛਦੇ ਨੇ ਕਿ ਧੰਦਾ ਤੁਸੀਂ ਮੁੱਕ ਜਾਣਾ। ਬੈਲਜੀਅਮ ਸੈੱਟ ਕਿਸ ਤਰ੍ਹਾਂ ਹੋਏ। ਮੈਂ ਸਟੂਡੈਂਟ ਬੇਸ ਤੇ ਆਈ ਸੀ, ਤੇ ਮੇਰਾ ਮੈਂ ਸਟੂਡੈਂਟ ਬੇਸ ਤੇ ਇੱਥੇ ਲਈ ਸੀ ਪਨਾਹ। ਕੋਈ ਲੋੜ ਹੀ ਨਹੀਂ, ਕੋਈ ਲੋੜ ਨਹੀਂ ਮੇਰੀ ਭੈਣ ਦੱਸਣ ਦੀ। ਹਾਂਜੀ, ਲੇਕਿਨ ਕੱਲ ਇਹ ਸਾਰੇ ਆਪਣੇ ਘਰਾਂ ਤੋਂ ਆਏ ਨੇ, ਸਾਨੂੰ ਮਿਰਜ਼ਿਆਂ ਨੇ ਨਹੀਂ ਬੁਲਾਇਆ। ਲੋਕ ਸਮਝਦੇ ਨੇ ਸਾਨੂੰ ਮਿਰਜ਼ਿਆਂ ਨੇ ਬੁਲਾਇਆ ਇੱਥੇ। ਅਸੀਂ ਆਪਣੇ ਘਰਾਂ ਚੋਂ ਆਏ, ਆਪਣੇ ਖਰਚੇ ਤੇ ਆਏ। ਕੱਲ ਕਾਦੀਆਨੀ, ਹਾਂ ਕਾਦੀਆਨੀ ਪੀਰ, ਕਾਦੀਆਨੀ ਮਿਰਜ਼ੇ, ਕਾਦੀਆਨੀ ਪੀਰਨੀਆਂ, ਇਹ ਵੱਡੀਆਂ ਵੱਡੀਆਂ 5-5 7-7 ਮਣ ਦੀਆਂ ਲਾਸ਼ਾਂ, ਇਹ ਸਾਡੇ ਚੰਦੇ ਨਾਲ ਇੱਥੇ ਯੂਕੇ ਫਿਰਦੀਆਂ ਨੇ। ਕਦੀ ਸਾਡੇ ਸਿਆਲਕੋਟੀਆਂ ਦਾ ਚੰਦਾ ਨਾ ਪਹੁੰਚਦਾ, ਮਿਰਜ਼ੇ ਮਸਰੂਰ ਕੋਲ ਸਾਈਕਲ ਵੀ ਨਹੀਂ ਸੀ ਹੋਣੀ। ਬਿਲਕੁਲ ਬਿਲਕੁਲ। ਜਿਹੜਾ ਮਸਰੂਰਾ ਬਦਕਾਰ ਟੁਰਿਆ ਫਿਰਦਾ ਨਾ ਮਰਸਡੀ ਗੱਡੀ ਤੇ, ਇਹ ਸਾਡੇ ਪੈਸਿਆਂ ਤੇ ਆਏ ਨੇ, ਅਸੀਂ ਆਪਣੇ ਪੈਸਿਆਂ ਤੇ ਬਾਹਰ ਆਏ ਆ। ਲੇਕਿਨ ਸਾਨੂੰ ਇਹ ਆਪਣੀਆਂ ਕੁੜੀਆਂ ਨਾਲ ਜ਼ਨਾਹ ਕਰਨਾ ਟੋਲਾ ਪੁੱਛਦਾ, ਹਾਂਜੀ ਕੈਨੇਡਾ ਕਿਵੇਂ ਗਏ ਹੋ, ਕੈਨੇਡਾ ਕਿਵੇਂ ਗਏ ਹੋ। ਕੈਨੇਡਾ ਮੈਂ, ਮੇਰਾ ਮਤਲਬ ਹੈ ਸਬੂਈ ਤੇ ਚੜ ਕੇ ਆਇਆ, ਖੋਤੇ ਦੇ ਬੱਚੇ। ਟਰਾਲੀ ਆਹ ਸ਼ਰਮ ਨਹੀਂ ਆਉਂਦੀ। ਲੋਕੀ ਚੌਧਰੀ ਭਾਈ, ਲੋਕੀ ਜ਼ਮੀਨਾਂ ਵੇਚ ਵੇਚ ਪੈਦਲ ਆ ਗਏ ਨੇ, ਤੇ ਅਸੀਂ ਆ ਨਹੀਂ ਸੀ ਸਕਦੇ ਭਲਾ। ਨਹੀਂ ਮੈਂ ਤੇ ਉਸ ਇਲਾਕੇ ਦਾ ਜਿੱਥੇ ਕਾਦੀਆਨੀ ਬੇਸ਼ੁਮਾਰ ਨੇ, ਤੁਸੀਂ ਰਵ ਵਿੱਚ ਹੋ ਜਿੱਥੇ ਕਾਦੀਆਨੀ ਬੜੇ ਸਨ। ਮੈਨੂੰ ਇੱਕ ਕਾਦੀਆਨੀ ਦੱਸੋ, ਮਲੰਗਣੀ ਜਾਂ ਮਲੰਗ, ਜਿਹਨੂੰ ਜਮਾਤ ਨੇ ਪੈਸੇ ਦਿੱਤੇ ਹੋਣ। ਜਮਾਤ ਤੇ ਖੁੰਦੀ ਏ ਮਲੰਗਾਂ ਕੋਲੋਂ। ਇੱਕ ਦੱਸੋ ਰਵ ਵਿੱਚ। ਲੋਕਾਂ ਏਜੰਟਾਂ ਨੂੰ ਪੈਸੇ ਦਿੱਤੇ, ਲੋਕਾਂ ਆਪਣੇ ਕੇਸ ਕੀਤੇ, ਖੱਜਲ ਖਰਾਬ ਹੋਏ, ਔਰ ਇੰਨਾ ਝੂਠ ਬੋਲਣ ਦੇ ਬਾਵਜੂਦ, ਇੰਨਾ ਪਾਕਿਸਤਾਨ ਨੂੰ ਬਦਨਾਮ ਕਰਕੇ ਤੇ ਇਹਨਾਂ ਨੇ ਇੱਥੇ ਨੈਸ਼ਨਲਟੀਆਂ ਲਈਆਂ ਨੇ ਝੂਠ ਬੋਲ ਬੋਲ ਕੇ। ਕੈਲਗਰੀ ਦੇ ਵਿੱਚ ਕਾਦੀਆਨੀਆਂ ਦੀ ਇੱਕ ਪੂਜਾ ਪਾਠ ਦੀ ਜਗ੍ਹਾ ਹੈ, ਜਿਹਨੂੰ ਇਹ ਮਸੀਤ ਆਂਦੇ ਨੇ। ਕੈਲਗਰੀ ਦੇ ਵਿੱਚ ਕੋਈ 20 30 40 ਮਸੀਤਾਂ ਨੇ ਮੁਸਲਮਾਨਾਂ ਦੀਆਂ। ਉਹ ਪਾਕਿਸਤਾਨੀ ਨੇ, ਅਕਸਰੀਅਤ ਪਾਕਿਸਤਾਨੀ ਹੈ। ਬੰਦਾ ਪੁੱਛੇ, ਓਏ ਅਸੀਂ ਤੇ ਆ ਗਏ ਮਿਰਜ਼ੇ ਮਸਰੂਰ ਦੀ ਉਹ ਟਰਾਲੀ ਤੇ ਚੜ ਕੇ, ਤੇ ਜਿਹੜੇ ਬਾਕੀ 20-25 ਮਸੀਤਾਂ ਵਾਲੇ ਬੰਦੇ ਨੇ ਉਹ ਕਿਵੇਂ ਆਏ ਨੇ। ਬਿਲਕੁਲ। ਜੇ ਮਿਰਜ਼ਿਆਂ ਦੇ ਨਾਲ ਹੀ ਦੁਨੀਆ ਬਾਹਰ ਆਉਂਦੀ ਹੈ, ਤਾਂ ਦੂਜੇ ਕਿਵੇਂ ਆ ਗਏ ਨੇ। ਬਿਲਕੁਲ। ਤੁਸੀਂ ਜਰਮਨੀ ਦਾ ਸਰਚ ਕਰੋ ਨਾ ਚੌਧਰੀ ਭਾਈ ਗੂਗਲ ਤੇ 2700 ਤੋਂ ਜ਼ਿਆਦਾ ਮਸਜਿਦਾਂ ਨੇ ਮੁਸਲਮਾਨਾਂ ਦੀਆਂ। ਇਹ ਕਹਿੰਦੇ ਨੇ ਅਸੀਂ 100 ਮਰਾਕਜ਼ ਬਣਾ ਲਏ। 2700 ਮਸਜਿਦਾਂ ਨੇ। ਤੇ ਇਹ ਬੈਲਜੀਅਮ 'ਚ ਇਹਨਾਂ ਦੇ 4 ਨੇ ਮਰਜ਼ਵਾੜੇ, ਤੇ ਬੈਲਜੀਅਮ ਦੇ ਵਿੱਚ 485 ਬਕਾਇਦਾ ਮਸਜਿਦਾਂ ਰਜਿਸਟਰਡ ਨੇ, ਜਿਨ੍ਹਾਂ 'ਚ ਇਹਨਾਂ ਦਾ ਨਾਮ ਕੋਈ ਨਹੀਂ। अस्सलाम वालेकुम जिद्दी राजपूत जी, तुसी कुछ कहना चाहते हैं? वालेकुम सलाम। हाँ, मैं जर्मन में होता हूँ, पता है मुझे इनके महाजनों के इधर ना। अच्छा अच्छा। तुसी कोई गल करना चाह रहे सी? नहीं, मैं सुनने है भाई दी गल कोई। अच्छा अच्छा। ਕੋਈ ਮਲੰਗਣੀ ਲੱਭੋ, ਅਸੀਂ ਤੇ ਥੱਕ ਗਏ ਆ ਉਦੋਂ ਦੇ ਬੋਲ ਬੋਲ ਕੇ। ਕੋਈ ਮਲੰਗ ਜਾਂ ਮਲੰਗਣੀ ਲਿਆਓ ਲੱਭ ਕੇ। साहब जी, तुसी कुछ कहना चाहते हैं? तुसी काफी देर दी कॉल कर रहे हैं, कुछ कहो, फिर असी चौधरी भाई को कुछ थोड़ा जिहा सुनिए कलाम, ते फिर असी इजाजत चाहिए। रिजवी भाई तुसी कनेक्ट हुंदे हो ते अस्सलाम वालेकुम। गुजर भाई तुसी फारग है ते आ जाओ, तुसी भी थोड़ा जिहा कुछ कलाम सुना दो। गरम कलाम चल रहा सी, नरम जिहा कलाम सुना दो कोई। ਹਾਂਜੀ ਹਾਂਜੀ। भाई सियालकोट चौधरी किहड़ी जगह दे हो? ਸਿਆਲਕੋਟ ਮੈਂ ਪੜਿਆਰਾਂ ਦਾ। ਭੰਡਾਰਾਂ ਦਾ? ਪੜਿਆਰ ਪੜਿਆਰ। ਉਹ ਕਿਹੜੀ ਜਗ੍ਹਾ ਤੇ ਭਲਾ ਬਈ? ਤੁਸੀਂ ਸਿਆਲਕੋਟ ਦੇ ਹੋ? ਸ਼ਹਿਰ ਦਾ ਮੈਂ। ਕਿਲਾ ਕਲਰ ਵਾਲਾ ਤੁਸੀਂ ਵੇਖਿਆ? ਹਾਂਜੀ। ਮੈਂ ਕਿਲੇ ਕਲਰ ਦੇ ਨਾਲ ਮੇਰਾ ਪਿੰਡ ਹੈ। ਓਕੇ। ਤੇ ਸਿਆਲਕੋਟ ਮਰਜ਼ਈਆ ਹੈ ਨੇ?
ਹੈਗੇ ਨੇ ਥੋੜੇ ਬਹੁਤੇ, ਕੋਈ ਦੋ ਚਾਰ ਮਲੰਗ ਹੈ ਨੇ ਟੁਰੇ ਫਿਰਦੇ ਉੱਥੇ। ਹਾਂ ਠੀਕ ਹੋ। ਮੈਨੂੰ ਤੇ ਇਹਨਾਂ ਦਾ ਪਤਾ ਹੀ ਇੱਥੇ ਜਰਮਨ ਆ ਕੇ ਲੱਗਾ ਕਿ ਮਰਜਾਈ ਵੀ ਕੋਈ ਹੈ ਨਾ, ਅੱਛਾ, ਪਹਿਲੇ ਨਹੀਂ ਸੀ ਇਹਨਾਂ ਦਾ ਪਤਾ। ਤੁਹਾਨੂੰ ਤੁਸੀਂ ਮੈਨੂੰ ਮੁਸਲਮਾਨ ਪਤਾ। ਹੋ? ਹਾਂਜੀ ਤੁਸੀਂ ਮੁਸਲਮਾਨ ਹੋ? ਅਲਹਮਦੁਲਿਲਾ ਮੁਸਲਮਾਨ ਆ। ਕਿਉਂ ਜੀ? ਤੁਸੀਂ ਮਰਜ਼ਈ ਨਹੀਂ? ਉਹ ਨਹੀਂ ਉਹ ਭਰਾਵਾ, ਮੈਂ ਅੱਲਾ ਨਾਲ ਤਾਂ ਭੇਜਣਾ ਕੀ ਹੋ ਗਿਆ। ਜੇ ਮਰਜ਼ਈ ਨਹੀਂ ਤੇ ਤੁਸੀਂ ਜਰਮਨ ਕਿਵੇਂ ਪਹੁੰਚ ਗਏ ਹੋ? ਡੈਂਕੀ ਲਾ ਕੇ ਆਪਣੇ ਪੈਰਾਂ ਤੇ। ਕਾਦੀਆਨੀ ਤੇ ਆਂਦੇ ਨੇ ਜਿਹੜਾ ਮਰਜ਼ਈ ਹੁੰਦਾ ਉਹੀ ਪਹੁੰਚਦਾ, ਬਾਕੀ ਕੋਈ ਪਹੁੰਚ ਨਹੀਂ ਸਕਦਾ। ਮੈਂ ਤਾਂ ਪੁੱਛਦਾ ਮਰਜ਼ਈਆਂ ਤੋਂ ਇਲਾਵਾ ਵੀ ਬੰਦੇ ਹੈਗੇ ਆ। ਇਹ ਕੀ ਹੋ ਗਿਆ ਯਾਰ, ਸਾਰਿਆਂ ਜਿਹੜੀ ਗੱਲ ਕਰਦੇ ਨੇ ਕਹਿੰਦੇ ਭੌਂਕਦੇ ਨੇ, ਸਾਡੇ ਸਾਹਮਣੇ ਭੌਂਕਣਾ, ਸਾਡੇ ਸਾਹਮਣੇ ਤੇ ਗੱਲ ਵੀ ਨਹੀਂ ਕਰਦੇ ਜੋ ਵੀ। ਦੇਖੋ ਜੀ ਮੇਰੀ ਗੱਲ ਸੁਣੋ, ਮਰਜ਼ਈ ਬਕਾਇਦਾ ਮਰਜ਼ਈਆਂ ਦੇ ਜ਼ਿਹਨ 'ਚ ਗੱਲ ਬੈਠੀ ਏ ਕਿ ਜਿਹੜਾ ਕਾਦੀਆਨੀ ਪੀਰ ਨੂੰ ਮੰਨਦਾ ਉਹੀ ਬਾਹਰ ਜਾ ਸਕਦਾ। ਮੈਂ ਤਾਂ ਤੁਹਾਨੂੰ ਪੁੱਛਿਆ ਵੀ ਤੁਸੀਂ ਨਹੀਂ ਮੰਨਦੇ, ਤੁਸੀਂ ਕਿਵੇਂ ਆ ਗਏ ਹੋ? ਉਹ ਮੈਂ ਕਾਦੀਆਨੀਆਂ ਤੇ ਮੁਕਰਦਾ ਵੀ ਨਹੀਂ ਹੈਗਾ ਤੇ ਮੈਂ ਵੀ ਬਾਹਰ ਬੈਠਿਆ ਯਾਰ। ਅਲਹਮਦੁਲਿਲਾ ਠੀਕ ਹੈ। ਤੇ ਉਹਨਾਂ ਦੇ ਉਮਤੀ ਜਿੱਥੇ ਵੀ ਜਾਣਾ ਹੋਏ ਉਹ ਪਹੁੰਚ ਜਾਂਦੇ ਨੇ, ਉਹ ਉਹਨਾਂ ਨੂੰ ਕੋਈ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ। ਸਹੀ ਹੈ। ਇਹ ਦੂਸਰੇ ਦੋਸਤ ਕੀ ਕਹਿਣਾ ਚਾਹ ਰਹੇ ਨੇ, ਇਹਨਾਂ ਕੋਲ ਪੁੱਛਿਓ। ਬੋਲੋ ਵਾਹਿਗੁਰੂ। ਬਿਸਮਿਲ੍ਲਾ ਵਾਲੇਕੁਮ ਅਸਲਾਮ, ਕੀ ਹਾਲ ਹੈ? ਠੀਕ ਹੋ? ਹਾਂਜੀ, ਕੰਮ ਤੇ ਮੇਰਾ ਵੀ ਨਹੀਂ ਆ ਗਿਆ ਘਰ। ਜਹਾਜ਼ ਭੱਜੇ ਫਿਰਦੇ ਨੇ, ਉਹਨਾਂ ਦਾ ਸ਼ੋਰ ਹੈ। ਅੱਛਾ। ਇਹ ਚੌਧਰੀ ਭਾਈ ਅਸਜਦ ਭਾਈ ਨੇ ਮੰਡੀ ਬਾਉਦੀਨ ਤੋਂ, ਇਹ ਹੁੰਦੇ ਨੇ ਯੂਨਾਨ ਚ। ਜੀ ਜੀ ਗ੍ਰੀਸ ਨੇ ਝੰਡਾ ਲਾਇਆ। ਇਹ ਵੀ ਕਾਦੀਆਨੀ ਨੇ? ਨਹੀਂ ਚੌਧਰੀ ਕਿੱਧਰ ਨੂੰ ਲਾਲਾ ਲਾਲਾ ਤੇਰਾ ਹੁਣ ਮੈਂ ਤੈਨੂੰ ਕੀ ਕਵਾਂ, ਅੱਜ ਕਾਦੀਆਨੀਆਂ ਤੇ ਕੁੱਤਾ ਤੇ ਨਹੀਂ ਲੈ ਗਿਆ ਤੇਰਾ? ਸਾਰਿਆਂ ਨੂੰ ਤੁਸੀਂ ਮੇਰੀ ਗੱਲ ਨਾ ਸਮਝਦੇ ਹੋ, ਅੱਗੋਂ ਲੜੀ ਜਾਂਦੇ ਹੋ। ਕਾਦੀਆਨੀਆਂ ਦਾ ਇਹ ਦਾਵਾ ਏ ਹਰ ਇੱਕ ਨੂੰ। ਤੂੰ ਭਾਈ ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਤੂੰ ਗਾਲ ਕੱਢ ਸਕਨੇ, ਤੂੰ ਮੈਨੂੰ ਕਾਦੀਆਨੀ ਨਹੀਂ ਕਹਿ ਸਕਦਾ। ਉਹ ਮੈਂ ਬਰਦਾਸ਼ਤ ਕਰਾਂਦਾ ਹੈ, ਮੈਂ ਤੇਰੀ ਕੋ ਨਹੀਂ ਬਰਦਾਸ਼ਤ ਕਰਨੀ। ਤੁਸੀਂ ਬਾਹਰ ਕਿਵੇਂ ਆ ਗਏ ਹੋ? ਕਾਦੀਆਨੀ ਤੇ ਆਂਦੇ ਨੇ ਜਿਹੜਾ ਮਿਰਜ਼ੇ ਟੱਟੀ ਮੁੱਤਰ ਨੂੰ ਮੰਨੇਗਾ ਉਹ ਆ ਸਕਦਾ, ਦੂਜਾ ਨਹੀਂ ਆ ਸਕਦਾ। ਤੁਸੀਂ ਕਿਵੇਂ? ਉਹ ਤੇਰੇ ਦਿਮਾਗ ਵਿੱਚ ਹੁਣ ਮੈਂ ਕੀ ਦੱਸਾਂ ਵਾ, ਹੁਣ ਮੈਂ ਦੀ ਤੇਰੀ ਵਾਕਫੀਅਤ ਨਹੀਂ, ਤੂੰ ਮੈਨੂੰ ਜਾਣਦਾ ਨਹੀਂ, ਮੈਂ ਤੇਰੇ ਨਾਲ ਬਹਿਸ ਕਿਸ ਗੱਲ ਦੀ ਕਰਾਂ? ਤੇ ਮੇਰੇ ਸਵਾਲ ਦਾ ਜਵਾਬ ਦਿਓ ਨਾ, ਕਾਦੀਆਨੀਆਂ ਦਾ ਇਹ ਦਾਵਾ ਸਹੀ ਹੈ ਕਿ ਗਲਤ ਹੈ? ਬਸ ਮੈਂ ਤੈਨੂੰ ਇਹ ਜਿਹੜੀ ਗੱਲ ਮੈਂ ਤੈਨੂੰ ਭਾਈ ਜਿਹੜੀ ਗੱਲ ਦੱਸੀ ਹੈ, ਮੇਰਾ ਉਹਦੇ 'ਚ ਜਵਾਬ ਹੈ ਤੈਨੂੰ ਕਿ ਤੂੰ ਮੈਨੂੰ ਗਾਲੀ ਕਰ ਦੇਵੇਂਦਾ ਤੇ ਸ਼ਾਇਦ ਮੈਂ ਬਰਦਾਸ਼ਤ ਕਰਾਂਦਾ, ਤੇ ਜੇ ਤੂੰ ਮੈਨੂੰ ਕਾਦੀਆਨੀ ਕਵੇਂਦਾ ਤੇ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ। ਚਲੋ ਜੀ ਮਿੱਠੀ ਪਾਓ ਇਸ ਗੱਲ। ਇਸੇ ਗੱਲ 'ਚ ਸਾਰੀਆਂ ਗੱਲਾਂ ਦਾ ਜਵਾਬ ਹੈ। ਕੋਈ ਸੁਣਾ ਦਿਓ ਅਸਜਦ ਭਾਈ, ਅਸੀਂ ਜਾਣ ਵਾਲੇ ਹਾਂ, ਥੋੜਾ ਜਿਹਾ ਕੁਝ ਸੁਣਾ ਦਿਓ। ਪਹਿਲੇ ਤੁਸੀਂ ਅਸਜਦ ਭਾਈ ਸੁਣਾ ਦਿਓ। ਸੁਣਾਣਾ ਕੀ ਹੈ? ਉਹ ਜਿਹੜਾ ਬੰਦਾ ਆਉਂਦਾ ਉਹਨੂੰ ਪਹਿਲਾਂ ਪੁੱਛਦੇ ਨੇ ਤੂੰ ਬਾਹਰ ਕਿੱਕਣ ਆਇਆ? ਬਾਹਰ ਕਿੱਕਣ ਆਇਆ? ਬਾਹਰ ਆਪਣੇ ਪੈਰਾਂ ਤੇ ਆਏ ਆ, ਡੈਂਗੀ ਲਾ ਕੇ ਆਏ ਆ, ਦੱਸਣੇ। ਉਹ ਗੱਲ ਇਸ ਤਰ੍ਹਾਂ ਹੋ ਰਹੀ ਸੀ ਕਿ ਉਹ ਚੌਧਰੀ ਭਾਈ ਹੈਰਾਨ ਨੇ ਕਿ ਦੂਸਰੀ ਦੁਨੀਆ ਵੀ ਆਈ ਹੈ। ਹੁਣ ਕੈਸਰ ਭਾਈ ਜਿਹੜੇ ਨੇ ਉਹ ਕੈਨੇਡਾ ਵਿੱਚ ਨੇ, ਅਮਰੀਕਾ ਵਿੱਚ ਨੇ, ਤੇ ਲੋਕ ਬੜੇ ਹੈਰਾਨ ਹੁੰਦੇ ਨੇ ਕਿ ਅਸੀਂ ਤੇ ਸਮਝਿਆ ਸੀ ਸਿਰਫ ਕਾਦੀਆਨੀ ਬਾਹਰ ਆਉਂਦੇ ਨੇ। ਕਿਉਂ ਜੀ? ਫਿਰ ਸਿਆਲਕੋਟ ਦੇ ਲੋਕਾਂ ਹੀ ਸੁਣੇ ਆ ਵਛੜੇ ਕਾਦੀਆਨੀ ਬਾਹਰ ਆਉਂਦੇ ਨੇ। ਹਾਂਜੀ ਨਹੀਂ ਸਿਆਲਕੋਟਿਆਂ ਨੇ ਕਿਉਂ ਸੁਣਿਆ ਚੌਧਰੀ? ਮੈਂ ਵੀ ਸਿਆਲਕੋਟ ਦਾ, ਸਿਆਲਕੋਟੀਆਂ ਨੇ ਇੱਥੇ ਆ ਕੇ ਪਤਾ ਲੱਗਿਆ ਕਾਦੀਆਂ ਨੇ। ਇਹ ਭਾਵਰੀ ਜਿਹੜੇ ਨੇ ਇਹ ਭਾਵਰੀ ਕਿਹੜੇ ਇਲਾਕੇ ਦੇ ਨੇ ਜਿਹੜੇ ਟੁਰ ਗਏ ਨੇ? ਇਹ ਵੀ ਸਿਆਲਕੋਟ ਦੇ ਕਿਸੇ ਪਿੰਡ ਦਾ ਹੈ ਸਿਆਲਕੋਟ, ਲੇਕਿਨ ਮੈਂ ਸ਼ਹਿਰ ਦਾ ਮੈਨੂੰ ਪਤਾ ਹੈ। ਭਾਜੀ ਤੁਹਾਨੂੰ ਨਹੀਂ ਮੈਂ ਕਿਹਾ, ਮੈਂ ਉਹਨਾਂ ਨੂੰ ਭਾਰਾਂ ਨੂੰ ਕਿਹਾ ਬਾਈ ਨਾ, ਫਿਰ ਜਿਹੜਾ ਸੁਣਿਆ ਮੇਰੇ ਤੇ ਅੱਧਾ ਖਾਨਦਾਨ 47 ਤੋਂ ਪਹਿਲੇ ਦੇ ਯੂਕੇ ਵਿੱਚ ਨੇ। ਯਾਰ ਕਾਦੀਆਨੀ ਜੋ ਵੀ ਇਹ ਸਹੀ ਹੈ, ਇੱਥੇ ਬਕਵਾਸ ਜੋ ਮਰਜ਼ੀ ਕਰਨ ਟਿਕਟੋਕ ਤੇ, ਸਾਡੇ ਸਾਹਮਣੇ ਕਿਸੇ ਇੱਕ ਮੁੰਡੇ ਦੇ ਸਾਹਮਣੇ ਸਹੀ ਹੈ। ਇਹਨਾਂ ਦੇ 100 ਮੁੰਡਾ ਵੀ ਹੋਏਗਾ, ਇਹਨਾਂ ਦੀ ਜ਼ਰੂਰਤ ਨਹੀਂ ਉੱਥੇ ਗੱਲ ਕਰ ਜਾਣਾ। ਮੈਂ ਕੱਲਾ 100 ਮੁੰਡਾ ਉਹਨਾਂ ਦਾ ਹੋਏ ਮੇਰੇ ਸਾਹਮਣੇ ਕੋਈ ਗੱਲ ਕਰਨ, ਪਤਾ ਕੀ ਕੰਡ ਪਿੱਛੇ ਬੰਦਾ ਸਾਰਾ ਕੁਝ ਬਕਵਾਸ ਕਰਦੇ ਰਹਿਣ, ਪੇ ਕਰਦੇ ਰਹਿਣ ਸਾਡੇ ਸਾਹਮਣੇ। ਜਿੱਦਣ ਕਰਨਗੇ ਫਿਰ ਜਾਂ ਅਸੀਂ ਨਹੀਂ ਤੇ ਜਾਂ ਉਹ। ਹੁਣ ਮੈਂ ਤੁਹਾਨੂੰ ਇੱਕ ਕਲਾਮ ਸੁਣਾਵਾਂ, ਤੁਸੀਂ ਜਾਣਾ ਹੈ? ਕਲਾਮ ਸੁਣਾ ਦਿਓ, ਕਲਾਮ ਸੁਣਾ। ਕਿ ਨਾ ਜਿਸਮ ਤੇਰਾ ਨਾ ਜਾਨ ਤੇਰੀ,
ਨਾ ਜਿਸਮ ਤੇਰਾ ਨਾ ਜਾਨ ਤੇਰੀ, ਇਹ ਤਰਕਾ ਰੱਬ ਰਹਿਮਾਨ ਦਾ ਏ। ਉਹਦੇ ਹੁਕਮ ਬਗੈਰ ਤੂੰ ਬੇਵਾਸੇ, ਇਹ ਫੈਸਲਾ ਪੜ੍ਹ ਕੁਰਾਨ ਦਾ ਏ। ਤੇ ਮੇਰੇ ਜਿਸਮ ਤੇ ਮੇਰੀ ਮਰਜ਼ੀ ਏ, ਇਹ ਵਹਿਮ ਗਮਾਨ ਇਨਸਾਨ ਦਾ ਏ। ਉਹ ਤੇਰੀ ਰੂਹ ਏ ਸ਼ਾਕਰ ਮਾਲਕ ਦੀ, ਤੇਰਾ ਢਾਂਚਾ ਕਬਰਸਤਾਨ ਦਾ ਏ। ਹਾਏ ਹਾਏ ਹਾਏ। ਬਾਬਾ ਮੁਰਾਦ ਵਾਲੇਕਮ ਅਸਲਾਮ, ਵੈਲਕਮ ਹੋ ਗਿਆ। ਨੇਰੀ ਹੈ ਅਸਲ में मैडम, आप शोर यूके में होती हैं? तो न समझ नहीं आमने। मिस्टर पोलिस भाई अस्सलाम वालेकुम। ठीक है जी, मैं इजाजत दो। वालेकुम सलाम। अल्लाह दे हवाले। बाजी ईद मुबारक। खैर मुबारक। कैसे हो तुसी भाई? शुक्र है उसदा दा लख लख बरी तुसी सुनाओ। अच्छा ठीक ठाक। थले गधे दा पुत्तर करदा पिया कोई दो नहीं। त्रै बारी ਇਹਨੇ ਕੀਤਾ। ਇਹਨੂੰ ਇਹ ਨਹੀਂ ਪਤਾ ਪੇ ਜੇ ਅਮਰਨਜ਼ਰ ਸ਼ਾਦੀ ਕਰੇਗਾ ਲਜਨਾ ਨਾ ਕਰੇਗਾ, ਕੋਈ ਪਤਰੀ ਲੱਭੇਗਾ ਉਹਦੀ ਮਿਰਜ਼ੇ ਦੀ ਜਾਂ ਕੋਈ ਭੈਣ ਲੱਭੇਗਾ ਮਿਰਜ਼ੇ ਦੀ। हाँ जी ਇਹਨੂੰ ਇਹ ਨਹੀਂ ਪਤਾ ਇਸ ਚੀਜ਼ ਦਾ। हाँ जी। ਇਹ ਅਸੀਂ ਉਹਨਾਂ ਨੂੰ ਇਸ ਕਾਬਲ ਵੀ ਨਹੀਂ ਸਮਝਦੇ ਕਿ ਉਹਨਾਂ ਦੀ ਸ਼ਾਦੀ ਕਰੀਏ। ਨਹੀਂ, ਮੁਸਲਮਾਨ ਕਰਨ ਵਾਸਤੇ ਉਹਨਾਂ ਨੂੰ ਮੁਸਲਮਾਨ ਕਰਨਾ। ਇਹ ਤਾਂ ਸਾਡੀ ਭੈਣ ਹੈ, ਚੰਦਾਬਾਜੀ ਜਿਹੜੀ ਭੈਣ ਹੈ ਸਾਡੇ। ਉਹ ਨੀਚੇ ਖੁੱਲ ਜਾਂਦੇ ਨੇ ਨਾ ਫਿਰ ਉਹ। ਮਿਸਟਰ ਪੁਲਿਸ ਭਾਈ ਕਾਫੀ ਦਿਨਾਂ ਤੋਂ ਨਜ਼ਰ ਨਹੀਂ ਆਏ, ਤੁਸੀਂ ਠੀਕ ਹੋ? ਕੀ ਕਰਨਾ, ਕੰਮ ਹੀ ਬੜਾ 10-15 ਦਿਨ ਬੜਾ ਕੰਮ ਸੀ। ਅੱਜ ਹੁਣ ਫੈਕਟਰੀ ਹੈ ਮੇਰੀ ਤੇ ਮੈਂ ਸੁਣਦਾ ਵਾਂ ਬੜੀ ਦੇਰ ਦਾ ਐਸ ਚੌਧਰੀ ਮੇਰੇ ਨਾਲ ਲੱਗਦਾ ਪਿੰਡ ਉਹਦਾ। अच्छा ਇਹ ਐਸ ਚੌਧਰੀ ਜਿਹੜੇ ਨੇ ਆਪਣੇ ਭਰਾ ਨੇ ਸਾਡੇ अच्छा ठीक। ਤੇ ਮੇਰੇ ਗੁਆਂਢੀ ਨੇ। अच्छा माशाल्लाह। ਨਹੀਂ ਸਿਆਲਕੋਟ ਦੇ ਜੀ ਜੀ ਸਿਆਲਕੋਟ ਦੇ ਆ। ਤੇ ਜਿਹੜਾ ਉਹ ਜਗ੍ਹਾ ਦੇ? ਹੈ ਨਾ ਉਹ ਸ਼ੈਤਾਨ ਜਿਹੜਾ ਕੀ ਜੱਜਾ, ਉਹ ਵੀ ਮੇਰੇ ਲਾਗੇ ਲੱਗਦਾ। ਮੈਂ ਉਹਨੂੰ ਅਗਲੇ ਨੇ ਆਖਿਆ ਮੈਂ ਮੂੰਹ ਬਾਹਰ ਕੱਢ, ਤੇਰਾ ਮੂੰਹ ਮਾਰ ਨਾ ਭੰਦੀ ਫਿਰ ਗੱਲ ਕਿਹੜੀ ਕਰਨਾ ਤੂੰ ਤੇ ਮੈਂ ਸ਼ਾਹੀ ਕੋ ਨਹੀਂ ਖਦਾ ਘਰੋਂ ਆਪਣੇ ਮੂੰਹ ਤੇ ਬਾਹਰ ਕੱਢ ਕੇ ਵਿਖਾ ਲੋਕਾਂ ਨੂੰ ਵੀ ਮੈਂ ਮਰਜ਼ਈ ਹਾਂ ਤਾਂ ਮੈਂ ਇਹ ਕਰਨਾ ਉਹ ਕਰਨਾ। ਉੱਥੇ ਖਲੋ ਕੇ ਕਿਲੇ ਜੀ ਆਸ਼ੜ ਖਲੋ ਕੇ ਨਿਕਲ ਮੈਂ ਇਹ ਕੰਮ ਕਰਨਾ ਵਾ। ਚੋਰ ਸਾਹਿਬ ਨੂੰ ਪਤਾ ਲੋਕੀ ਨਹੀਂ ਹਿੱਲਣ ਨਹੀਂ ਦਿੰਦੇ ਉੱਥੇ। बिल्कुल बिल्कुल। ਸਾਰੇ ਲੋਕੀ ਲੈਣ ਦਿੰਦੇ। ਪਤਾ ਕਸਮ ਖੁਦਾ ਦੀ ਮੈਨੂੰ ਪਤਾ ਹੀ ਇੱਥੇ ਆ ਕੇ ਲੱਗਿਆ ਕਿ ਮਰਜ਼ਈ ਵੀ ਕੋਈ ਲੋਕ ਨੇ। हाँ ਸਹੀ ਗੱਲ ਕੀਤੀ ਭਾਰੇ। ਮੈਂ ਹੀ ਵੀ ਨਾ ਪਹਿਲਾਂ ਪਾਕਿਸਤਾਨ ਜਾਂਦਾ ਪਾਕਿਸਤਾਨ ਰਹੇ ਆ, ਸਾਰਾ ਕੁਝ ਹੀ ਕੀਤਾ, ਖਤਮ ਹੋ ਗਿਆ। ਮਰਜ਼ਈਆਂ ਦੇ ਬਾਰੇ ਕਦੀ ਸੁਣਿਆ ਹੀ ਨਹੀਂ ਹੈ। ਠੀਕ ਹੈ, ਸ਼ਹਿਰ ਦੇ ਵਿੱਚ ਮੈਂ ਬਹੁਤਾ ਸਿਆਪਾ ਬਣਿਆ। ਨੈਟ ਤੇ ਆਣ ਕੇ ਪੰਜ ਚਾਰ ਕੁੱਤੇ ਨੇ ਭੌਂਕਦੇ ਨੇ ਸਾਡੇ ਸਾਹਮਣੇ ਭੌਂਕਣ। ਇੱਥੇ ਮਰਜ਼ਈ ਕਾਫੀ ਨੇ, ਜਰਮਨ ਬਹੁਤ ਮਰਜ਼ਈ ਨੇ, ਲੇਕਿਨ ਸਾਡੇ ਸਾਹਮਣੇ ਕੋਈ ਗੱਲ ਕਰੇਗਾ ਨਾ ਜਦੋਂ, ਫਿਰ ਗੱਲ ਦੋ ਹੱਥੀ ਹੁੰਦੀ ਹੈ। ਅੱਛਾ, ਕੱਲ ਪਰਸੋਂ ਦੀ ਗੱਲ ਹੈ। ਜਿਹੜਾ ਨਾ ਮਹਮੂਦ ਉਹ ਕਰਨ ਲਿਸਟਾਂ ਦਾ ਆਪਣੇ ਆਪ ਨੂੰ ਉਹ ਤਲਕ ਮਲਕ ਦੀ ਬਰਾੜ ਤੇ ਗੱਲ ਪਾ ਕਰਦਾ। तो बंदा क्या है तो मिर्जे की ढीदी मादी करके टुर गया। वो मगर आंदा गल सुन मेरी तैला तो तू खिलारने हो जरा को मैं इन्होंने नबी की गल करा। मैं फिर उत्ते गया, मैं उत्ते जाके फिर जही दी तही की तलत दी ते नाल होती। मैं होए ऐस कैटागरी दे तुसीं आंदे तुसीं मुसलमान आ चूड़े नूं बहा के तुसीं कोल ते सानूं बेइज्जत करवाउंदे। इन्हें आख्या मैं गल करना इन्हां दे नबी दी। कौन हुंदा साडे नबी दी गल करना? तुसीं करो ते करे करके तू वेखे मैं तुहाडी इवें करा मार मार चित्तर मैं थोड़ा तू कढ़ देना जिवें करा देना हुण तेरे कारोबार। ਤੁਸੀਂ ਸਾਡੇ ਨਬੀ ਦੀ ਗੱਲ ਕਰੋ। ਨਹੀਂ ਕਰਨ ਹੀ ਨਹੀਂ ਦਿੰਦੇ ਬਈ, ਕੀ ਹੋ ਗਿਆ? ਜਦ ਤੱਕ ਸਾਹ ਨੇ ਸਾਡੇ ਨਬੀ ਦੇ ਬਾਰੇ ਕੋਈ ਗਲਤ ਗੱਲ ਨਹੀਂ ਕਰ ਸਕਦਾ। ਚੌਧਰੀ ਭਾਈ ਤੁਹਾਡੇ ਕੋਲ ਸਵਾਲ ਹੈ ਕਿ ਮਰਜ਼ਈਆਂ ਦੀ ਪਹਿਚਾਨ ਕੀ ਹੈ? ਮੈਂ ਮੈਨੂੰ ਕੋਈ ਨਜ਼ਰ ਆਏ ਤੇ ਮੈਂ ਕਿਸ ਤਰ੍ਹਾਂ ਪਹਿਚਾਨ ਸਕਦਾ ਹਾਂ ਕਿ ਮਰਜ਼ਈ ਨੇ? ये इधर मैम इधर ये कलमा भी ਮਜ਼ਈਆਂ ਦੇ ਜਿਹੜਾ ਹੁਲੀਆ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ ਦੱਸੋ। ਹਾਂਜੀ, ਆਮ ਤੌਰ ਤੇ ਇਹ ਪਠਾਣਾ ਵਾਲੀ ਟੋਪੀ ਨਾ ਪਾਈ ਹੁੰਦੀ ਹੈ ਤੇ ਗੋਲ ਦਾੜੀ ਰੱਖੀ ਹੁੰਦੀ ਹੈ, ਚਾਰ ਵਾਲ ਦਾੜੀ ਦੇ ਚਫੇਰੇ ਚ ਠੋਡੀ ਦੇ ਚਫੇਰੇ। ਕੱਪ ਮੂਦਾ ਮਾਰ ਕੇ ਨਾ। ਠੀਕ ਹੈ ਨਾ ਜੀ। ਠੀਕ ਕੀਤੀ ਗੱਲ। ਬਾਕੀ ਇਹ ਵੇ ਕਿ ਇਹ ਖਾਸ ਹੀ ਇੱਕ ਲਾਨਤ ਹੁੰਦੀ ਹੈ, ਉਹਦੇ ਤੋਂ ਪਤਾ ਲੱਗ ਜਾਂਦਾ ਮਰਜ਼ਈ ਹੈ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ, ਯਕੀਨ ਕਰ ਲਓ। ਜੇ ਲਾਗੇ ਖਲੋ ਤੇ ਉਹ ਬੋ ਵੀ ਬੜੀ ਆਉਂਦੀ ਹੈ। ਹਾਂ, ਮਸਲਨ ਤੁਸੀਂ ਨਾ ਤੁਹਾਨੂੰ ਅੰਦਾਜ਼ਾ ਹੋ ਵੱਡੀ ਨਿਸ਼ਾਨੀ ਹੈ ਸਭ ਤੋਂ। ਚਾਰ ਪੰਜ ਹਾਲਾਂਕਿ ਪਠਾਨ ਵੀ ਪਾਉਂਦੇ ਨੇ ਟੋਪੀਆਂ ਤੇ ਉਹ ਜਿਹੜੀ ਪਠਾਣੀ ਜਿਹੜੀ ਟੋਪੀ ਹੈ ਨਾ ਇਹ ਕਈ ਲੋਕੀ ਪਾਉਂਦੇ ਨੇ, ਲੇਕਿਨ ਕਾਦੀਆਨੀ ਮਲੰਗ ਨੇ ਪਾਈ ਹੋਏਗੀ ਨਾ, ਉਹਨੂੰ ਤੁਸੀਂ 20 ਪਠਾਣਾ ਦੇ ਵਿੱਚ ਲਗਾ ਕੇ ਵੀ ਖਿਲਾਰਿਆ ਹੋਏਗਾ ਨਾ, ਉਹ ਸ਼ਕਲ ਤੋਂ ਲੱਗ ਜਾਏਗਾ ਕਿ ਕਾਦੀਆਨੀ ਮਲੰਗ ਹੈ।
ਸਾਨੂੰ ਤੇ ਜਿਵੇਂ ਉਹ ਦੁਹਾਣਾ ਜਿਵੇਂ ਖੜਕਾ ਕੇ ਲੱਭ ਲਈਦਾ ਨਾ, ਕਈ ਖੜਕਾਉਂਦੇ ਨੇ ਤੇ ਕਈ ਉਦਾਂ ਵੇਖ ਕੇ ਦੱਸ ਲੈਂਦੇ ਨੇ ਦੁਹਾਣਾ ਪੱਕਾ ਏ। ਮੈਨੂੰ ਕੋਈ ਜੀ ਪੁੱਛ ਲੈ, ਮੈਂ ਦਾਅਵੇ ਨਾਲ ਕਹਿਣਾ, ਮੈਂ ਤੈਨੂੰ ਐ ਇੱਕੋ ਨਜ਼ਰ ਚ ਦੱਸ ਦਿਆਂਗਾ ਵੀ ਆਹ ਮਲਾਂਗੇ ਬੈਠੇ ਖਲੋਤਾ ਹੋਏ। ਜੋ ਮਰਜ਼ੀ ਕਰ ਲੋ, ਉਹਦੇ ਮੂੰਹ ਤੇ ਭਾਵੇਂ ਜਿਹੜਾ ਮਾਲਿਸ਼ ਕੀਤੀ ਹੋਏ ਮੈਂ ਤੈਨੂੰ ਪਛਾਣ ਦਿਆਂਗਾ। ਠੀਕ ਹੈ ਨਾ ਜੀ? ਹਾਂਜੀ, ਬਗੈਰ ਜੀ ਜੀ ਖੜਕਾਉਣ ਤੋਂ ਇਹ ਕੁਦਰਤੀ ਪਤਾ ਲੱਗ ਜਾਂਦਾ, ਮਲੰਗ ਦੂਰੇ ਲੱਭ ਜਾਂਦਾ। ਵੇਖੋ ਮਿਰਜ਼ਿਆਂ ਨੇ ਕੈਸਾ ਕੰਮ ਕੀਤਾ ਹੈ। ਇਹ ਜਿਹੜੀ ਹੈ ਨਾ ਪੱਗ, ਜਿਹੜੀ ਕਾਦੀਆਨੀ ਪੀਰ ਮਿਰਜ਼ਾ ਮਸਰੂਰ ਨੇ ਬੰਨੀ ਹੁੰਦੀ ਹੈ, ਜੀ ਇਹ ਪੱਗ ਸਾਡੇ ਏਰੀਏ ਦੀ ਹੈ। ਜਿਹੜਾ ਪੱਗ ਸਰਦਾਰ ਭਰਾ ਬੰਨਦੇ ਨੇ, ਉਹ ਜਿਵੇਂ ਮਿਰਜ਼ਿਆਂ ਦੀਆਂ ਤਾਂ ਸ਼ੁਰੂ 'ਚ ਨਹੀਂ ਪੱਗ ਬੰਨਦੇ ਮਿਰਜ਼ੇ ਦੀ, ਉਹ ਮੱਥੇ ਤੋਂ ਤਾਂ ਵੀ ਸ਼ਕਲ, ਜੀ ਇਹ ਪੱਗ ਉੱਥੇ ਇੰਡੀਆ ਦੇ ਵਿੱਚ ਚੱਲਦੀ ਸੀ ਉਦੋਂ। ਜਿਹੜੀ ਪੱਗ ਆ ਤਾਂ ਨੂੰ ਬੰਨਦਾ ਨਾ, ਆ ਮਿਰਜ਼ਾ ਮਸਰੂਰ ਨੇ ਤਾਂ ਨੂੰ ਬੰਨਿਆ ਤੇ ਪਿੱਛੋਂ ਵਿੱਚੋਂ ਕੁੱਲਾ ਰੱਖ ਕੇ ਉਹਦਾ, ਤੇ ਪਿੱਛੋਂ ਜਿਹੜਾ ਉਹ ਲੜ ਛੱਡਿਆ ਏ। ਇਹ ਪੱਗਾਂ ਸਾਡੇ ਸਿਆਲਕੋਟ ਦੀ ਖਾਸ ਪਹਿਚਾਨ ਸੀ। ਔਰ ਸਾਡੇ ਪਿੰਡ ਦੇ ਨਾਲ ਨੇ 10-11 ਪਿੰਡ ਜੱਜਿਆਂ ਦੇ ਠੀਕ ਬਾਰੇ ਦੇ ਵਿੱਚ ਸਾਡੇ ਵੱਡ ਵਡੇਰੇ ਆਂਦੇ ਹਨ, ਉਦੋਂ ਘੋੜੀਆਂ ਹੁੰਦੀਆਂ ਸਨ। ਉਹਨਾਂ ਅੱਛਾ ਘੋੜੀਆਂ ਦੇ ਉੱਤੇ ਜਦੋਂ ਜੰਜ ਬਰਾਤ ਜਾਣੀ ਤੇ ਉਹ ਨਾ ਆਖਣਾ ਵੀ ਜੱਜੇ ਜਿਹੜੇ ਨੇ ਇਹਨਾਂ ਨੇ ਜਨਾਬ ਪੱਗਾਂ ਬੜੀਆਂ ਸੋਹਣੀਆਂ ਬੰਨ ਕੇ ਨਿਕਲਣਾ। ਠੀਕ ਹੈ ਨਾ ਜੀ? ਕਾਦੀਆਨੀ ਪੀਰਾਂ ਨੇ ਏਡੇ ਬਦਕਾਰਾਂ ਦਾ ਟੋਲਾ ਹੈ, ਇਹਨਾਂ ਨੇ ਇਹਨਾਂ ਸਿਆਲਕੋਟੀਆਂ ਦੀਆਂ ਮਲੰਗਾਂ ਦੀਆਂ ਪੱਗਾਂ ਜਿਹੜੀਆਂ ਨੇ ਉਹ ਪੱਗ ਬੰਨ ਲਈ ਆਪ, ਕਿਉਂਕਿ ਸ਼ਾਨ ਵਾਲਾ ਕੰਮ ਹੈ। ਇਹਨਾਂ ਨੂੰ ਟੋਪੀ ਪਹਾੜੀ ਸਾਰੇ ਕਾਦੀਆਨੀ ਮਲੰਗ, ਚਿੱਟਾ ਅੰਗੂਠਾ ਛਾਪ ਵੀ ਮਲੰਗ ਹੋਏਗਾ ਨਾ, ਉਹਦੇ ਸਿਰ ਤੇ ਜਨਾਹ ਕੈਪ ਹੋਏਗੀ। ਦੱਸੋ ਤੂੰ, ਮੇਰਾ ਮਤਲਬ ਤੂੰ ਕਿਹੜਾ ਅਰਜ਼ੀ ਨਵੀਸ਼ ਹੈ, ਕੋਈ ਹਯਾ ਕਰ। ਕਾਦੀਆਨੀ ਮਲੰਗਾਂ ਨੇ ਜਾਂ ਜਨਾਹ ਕੈਪ ਪਾਈ ਹੁੰਦੀ ਹੈ, ਮੁੰਡਿਆਂ ਨੇ ਵੀ। ਇਹਨਾਂ ਦੇ ਸਿਰਾਂ ਤੇ ਕਾਦੀਆਨੀ ਜਿਹੜੇ ਨੇ ਇਹਨਾਂ ਨੇ ਜਨਾਹ ਕੈਪ ਪਾਈ ਹੈ, ਤੇ ਕਾਦੀਆਨੀ ਪੀਰਾਂ ਨੇ ਇਹਨਾਂ ਦੀ ਪੱਗ ਲਾ ਕੇ ਆਪਣੇ ਸਿਰ ਤੇ ਰੱਖੀ ਹੈ। ਚੋਰੀ 100 ਗੱਲਾਂ ਦੀ ਇੱਕ ਹੀ ਗੱਲ ਏ, ਕਾਫਰ ਨੇ। ਇਹ ਪੱਗ ਵਾਕਈ ਨਾ, ਪੱਗ ਜਿਹੜੀ ਨਾ, ਪੱਗ ਵਾਕਈ ਜੱਜਿਆਂ ਦੇ ਪਿੰਡਾਂ 'ਚ ਹੁਣ ਵੀ ਕੱਲ ਪਰਸੋਂ ਇੱਕ ਵੀਡੀਓ ਆਈ ਹੈ ਮੈਨੂੰ ਪੜਾਲਾਂ ਤੋਂ, ਚੌਧਰੀ ਸਾਹਿਬ ਪੜਾਲਾਂ ਤੋਂ ਆਈ ਹੈ ਵੀਡੀਓ। ਘੋੜੀ ਤੇ ਬੈਠਾ ਬੰਦਾ ਛੱਡੀ ਜਾਂਦੇ ਹਨ ਬਗੈਰ, ਉਹਨੇ ਪੱਗ ਬੰਨੀ ਹੋਈ, ਇਹ ਮਿਰਜ਼ੇ ਮਸੂਰ ਵਾਈ ਜਿਹੜੀ ਤਾਂ ਨੂੰ ਖੁੱਲਿਆ ਜੀ। ਤੇ ਯਾਰਸ ਜਿਹੜੇ ਪੜਾਲਾਂ ਦਾ ਘਣੋ ਕਹਿੰਦੇ ਨਾਲ ਲੱਗਦਾ। ਇੱਕ ਤੁਹਾਨੂੰ ਮੈਂ ਹੋਰ ਦੱਸਾਂ, ਇਹਨਾਂ ਨੇ ਪੱਗ ਸਾਡੇ ਇਲਾਕੇ ਦੀ ਖੋ ਕੇ ਤੇ ਫਿਰ ਬਦਨਸੀਬੀ ਸਾਡੇ ਇਲਾਕੇ ਦੀ ਵੇਖੋ ਕਿ ਸਾਡੇ ਹੀ ਇਲਾਕੇ ਦੇ ਮਲੰਗ ਤੇ ਮਲੰਗਣੀਆਂ ਇਹ ਪੱਗਾਂ ਧੋ ਕੇ ਦਿੰਦੇ ਨੇ ਕਾਦੀਆਨੀ ਪੀਰਾਂ ਨੂੰ ਕਿ ਲੋ ਬੰਨ ਲਓ। ਔਰ ਤੁਹਾਨੂੰ ਕਾਦੀਆਨੀ ਪੀਰਾਂ ਦੇ ਪੂਰੇ ਜਲਸੇ ਦੇ ਵਿੱਚ ਕੋਈ ਮਲੰਗ ਪੱਗ ਵਾਲਾ ਨਹੀਂ ਮਿਲੇਗਾ। ਉਹਦੀ ਵਜ੍ਹਾ ਮੈਂ ਇਥੇ ਪੱਗ ਕਈ ਵਾਰੀ ਬੰਨਣਾ ਤੇ ਮੈਂ ਬੰਨਣਾ ਜਿਵੇਂ ਸਰਦਾਰ ਭਰਾ ਬੰਨਦੇ ਨਾ, ਇਸ ਤਰ੍ਹਾਂ ਦੀ ਗੜਾਲਦੀ ਮਿਲਦੀ ਜਾਈ। ਇਹ ਕਾਦੀਆਨੀ ਪੀਰ ਮਿਰਜ਼ਾ ਮਸਰੂਰ ਆਇਆ ਤੇ ਮੈਂ ਵੀ ਉਹਨਾਂ ਦਿਨਾਂ 'ਚ ਪੱਗ ਬੰਨੀ ਤੇ ਮੈਂ ਤਾਂ ਅੱਗੇ ਬੰਨਦਾ ਸਾਂ। ਮੈਨੂੰ ਇੱਕ ਸਪੈਸ਼ਲ ਕਾਦੀਆਨੀ ਮਲੰਗ ਕਹਿਣ ਲੱਗਾ, ਯਾਰ ਇਹ ਹਜ਼ੂਰ ਦੀ ਨਿਸ਼ਾਨੀ ਏ, ਇਸ ਤਰ੍ਹਾਂ ਤੂੰ ਵੀ ਜਲਸੇ 'ਚ ਬੰਨ ਕੇ ਟੁਰਿਆ ਫਿਰਨਾ ਤੇ ਥੋੜਾ ਜਿਹਾ ਨਾ ਮਾੜਾ ਲੱਗਦਾ, ਤੇ ਹਜ਼ੂਰ ਨੇ ਵੀ ਬੰਨੀ ਏ। ਉਹ ਮੈਂ ਉਦੋਂ ਡੱਬਾ ਮਲੰਗ ਸਾਂ। ਮੈਂ ਕਿਹਾ ਜਾਗਾ ਵੜ ਪੜਾ, ਮੈਂ ਨਹੀਂ ਲਾਣੀ। ਠੀਕ ਹੈ? ਪੂਰੇ ਕਾਦੀਆਨੀ ਸਰਕਸ ਦੇ ਵਿੱਚ ਮਿਰਜ਼ੇ ਦੇ ਸਿਰ ਤੇ ਪੱਗ ਹੋਏਗੀ, ਬਾਕੀ ਕਿਸੇ ਨੂੰ ਪੱਗ ਦੀ ਇਜਾਜ਼ਤ ਨਹੀਂ। ਮੇਰੇ ਇਸ ਵਾਸਤੇ ਨਹੀਂ ਹੁਣ ਮੇਰੀ ਲਵਾ ਸਕਦੇ ਕਿ ਇੱਕ ਤੇ ਮੈਂ ਇਹਨਾਂ ਨੂੰ, ਮੇਰਾ ਪਤਾ ਸੀ, ਤੇ ਦੂਜਾ ਇਹਨਾਂ ਨੂੰ ਪਤਾ ਸੀ ਇੱਥੇ ਕੈਨੇਡਾ 'ਚ ਇਹਦੇ ਹੱਥੀ ਪਏ ਤੇ ਅੱਗੋਂ ਹੱਥੀ ਪੈ ਜਾਏਗਾ। ਆਹ ਗੱਲ ਹੈ, ਨਹੀਂ ਤੇ ਇਹਨਾਂ ਨੇ ਪੱਗ ਧੱਕੇ ਨਾਲ ਲਵਾਹਣੀ ਸੀ। ਮੈਂ ਪਹਿਲੀ ਵਾਰੀ ਜੋ ਗਿਆ ਨਾ, ਪਹਿਲੀ ਵਾਰੀ ਸ਼ਾਦ ਮੁੰਡਾ ਘਣੋਣਿਆਂ ਦਾ, ਉਹਨਾਂ ਦੇ ਘਰ ਗਿਆ ਤੇ ਵੇਖਿਆ ਤਸਵੀਰ ਵੇਖੀ ਜਦੋਂ ਮੈਂ ਲੱਗੀ ਨਾ ਇਹਦੀ ਮਿਰਜ਼ੇ ਦੀ, ਵੱਡੇ ਇਹਨਾਂ ਦੇ ਮਿਰਜ਼ੇ ਦੀ। ਮੈਂ ਕਿਹਾ ਇਹ ਤੇ ਸਿੱਖ ਫੋਟੋ, ਸਿੱਖ ਦੀ ਫੋਟੋ ਲਾਈ ਤੋਂ ਘਰ। ਆਂਦੇ ਨੇ ਨਹੀਂ ਇਹ ਤਾਂ ਸਾਡਾ ਫਲਾਣਾ। ਮੈਂ ਫਲਾਣਾ ਦੀ ਪੱਗ ਤੇ ਵੇਖ ਸਿੱਖਾਂ ਦੀ ਪੱਗ ਹੈ। ਹਾਂਜੀ, ਪੱਗ ਅਸਲ ਜਿਹੜੀ ਸਿੱਖਾਂ ਦੀ। ਮਿਰਜ਼ਾ ਗੁਲਾਮ ਕਾਦੀਆਨੀ ਜਿਹੜਾ ਟੱਟੀ ਮੂਤਰ ਸਰਕਾਰ ਏ, ਉਹ ਟੱਟੀ ਮੂਤਰ ਦੇ ਸਿਰ ਤੇ ਵੇਖੋ ਉਹ ਪੱਗ ਹੋਰ ਤਰ੍ਹਾਂ ਦੀ ਏ, ਸਿੱਖਾਂ ਵਾਲੀ ਪੱਗ, ਸਿੱਖਾਂ ਦੀ। ਜਦੋਂ ਇਹ ਸਾਡੇ ਇਲਾਕੇ 'ਚ ਇੱਥੇ ਆਏ ਨੇ ਪਾਕਿਸਤਾਨ, ਤੇ ਮਲੰਗ ਵੀ ਜ਼ਿਆਦਾ ਸਾਡੇ ਇਲਾਕੇ ਦੇ ਨੇ, ਉਦੋਂ ਪਹਿਲੋਂ ਤੁਸੀਂ ਪੱਗ ਵੇਖੋ ਨਾ, ਉਹਦਾ ਮਿਰਜ਼ਾ ਮਹੂਦਾ ਸੀ ਇਹਨਾਂ ਦਾ, ਦੂਜਾ ਖਲੀਫਾ ਜ਼ਾਨੀ, ਉਹਦੀ ਪੱਗ ਵੇਖੋ ਤੇ ਉਹ ਥੋੜਾ ਜਿਹਾ ਹੋਰ ਸਟਾਈਲ ਦੀ ਏ। ਮਿਰਜ਼ੇ ਨਾਸਰ ਦੇ ਦੌਰ 'ਚ ਇਹਨਾਂ ਨੇ ਵੇਖਿਆ ਕਿ ਯਾਰ ਆਹ ਕੰਮ ਠੀਕ ਹੈ, ਇਹਨਾਂ ਸਾਡੇ ਵਾਲੀ ਪੱਗ ਖੋ ਕੇ ਆਪਣੇ ਸਿਰ ਤੇ ਰੱਖ ਲਈ।
ਸਾਡੇ ਸਿਰ ਤੇ ਕੁੱਤੇ ਦੇ ਬੱਚਿਆਂ ਨੇ ਉਹ ਟੋਪੀਆਂ ਪਹਾੜੀਆਂ ਜਨਾਹ ਕੈਪ, ਉਹ ਜਨਾਹ ਕੈਪ ਪਾਈ ਹੋਏ ਜੱਟ ਬੰਦੇ ਨੂੰ ਇੰਜ ਲੱਗਦਾ ਜਿਵੇਂ ਮਰਜ਼ੀ ਨਵੀਸ਼ ਹੈ। ਤੁਹਾਡਾ ਕੀ ਤਲਕ ਹੈ ਹੈ ਮੈਂ ਹਿਸਾਬ ਹੈ। ਇਹ ਬਿਲਕੁਲ ਸਹੀ ਗੱਲ ਕਰ ਰਹੇ ਨੇ। ਬਸ਼ਾਰਤ ਭਾਈ अस्सलाम वालेकुम, ਕਿੱਥੋਂ ਜੁਆਇਨ ਕੀਤਾ ਤੁਸੀਂ? ਵਾਲੇਕੁਮ ਸਲਾਮ ਵਰਹਿਮਤੁਲਾਹ ਬਰਕਾਤ। ਮੈਨੂੰ ਨਾ ਇਹ ਉੱਤੇ ਸਿਸਟਰ ਨੇ ਫਾਤਿਮਾ ਅਸ਼ਕ ਰਸੂਲ ਉਹਨਾਂ ਨੇ ਨਾ ਭੇਜਿਆ। ਤੁਹਾਡੇ ਨਾਲ ਉਹਨਾਂ ਨਾਲ ਗੱਲ ਕੀਤੀ ਹੈ। ਅੱਛਾ ਚੰਦਾ ਸਿਸਟਰ, ਇੱਕ ਹੋਰ ਗੱਲ ਏ, ਕੋਈ ਕਾਦੀਆਨੀ ਮਲੰਗਣੀ ਆਣ ਕੇ ਬਰਾੜ ਦੇ ਉੱਤੇ ਬਹਿਸ ਕਰਨ ਦੇ ਦੌਰਾਨ ਗਾਲਾਂ ਕੱਢੇ, ਉਹਨੂੰ ਕੰਨੋਂ ਫੜ ਕੇ ਤੇ ਰਾਈਟ ਵੇ ਇਥੋਂ ਦਫਾ ਕਰਨਾ ਹੈ। ਕੋਈ ਲੋੜ ਨਹੀਂ ਗਾਲਾਂ ਦਾ ਜਵਾਬ ਗਾਲਾਂ ਦਾ ਦੇਣ ਦੇ। ਨਹੀਂ ਨਹੀਂ, ਗਾਲੀ ਤਾਂ ਹੈ ਹੀ ਨਹੀਂ, ਹੈ ਹੀ ਨਹੀਂ। ਕੋਈ ਕਾਦੀਆਨੀ ਮਲੰਗ ਆਣ ਕੇ ਬਦਤਮੀਜ਼ੀ ਕਰੇ, ਕੋਈ ਲੋੜ ਨਹੀਂ ਕਿ ਮਲੰਗ ਆਇਆ ਤੇ ਚਲੋ ਇਹਦੀ ਗੱਲ ਸੁਣੋ ਨਾ, ਕੰਨੋਂ ਫੜੋ ਬਾਹਰ ਕੱਢੋ। ਹਾਂਜੀ ਬਸ਼ਾਰਤ ਅਲੀ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਗੱਲ ਕਰੋ। ਬਿਲਕੁਲ ਦਰੁਸਤ ਕੀਤੀ ਗੱਲ ਭਾਈ ਹਾਂਜੀ, ਸਾਹਿਬ। ਮੈਂ ਕਹਿਣਾ ਚਾਹੁੰਦਾ ਵਾਂ ਕਿ ਉੱਤੇ ਸਿਸਟਰ ਨੇ ਫਾਤਿਮਾ ਅਸ਼ਕ ਰਸੂਲ ਉਹਨਾਂ ਨੇ ਮੈਨੂੰ ਤੁਹਾਡੀ ਟੀਮ ਜੁਆਇਨ ਕਰਨ ਨੂੰ ਕਿਹਾ ਹੈ। ਯਾਨੀ ਮੈਂ ਮਰੀਜ਼ ਬੰਦਾ ਕੈਂਸਰ ਦਾ, ਠੀਕ, ਉਹਨਾਂ ਤੋਂ ਤੁਹਾਡੇ ਨਾਲ ਗੱਲ ਕੀਤੀ ਹੈ। ਅੱਛਾ, ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ। ਕਿਸ ਚੀਜ਼ ਦਾ ਹੈ ਤੁਹਾਨੂੰ ਮਸਲਾ ਬਣਿਆ? ਮੈਨੂੰ ਕੰਡਰੋਸਾਰਕੋਮਾ ਹੈ। ਹਾਂਜੀ, ਕੰਡਰੋਸਾਰਕੋਮਾ ਚੂਕਲੇ ਦਾ, ਯਾਨੀ ਉਹਨਾਂ ਹੁਣ ਲੱਤ ਕੱਟ ਦਿੱਤੀ ਹੈ, ਨਾਲ ਅੱਧੀ ਹਿੱਪ ਦੀ ਹੱਡੀ ਵੀ ਕੱਟ ਦਿੱਤੀ ਹੈ ਤੇ ਇੱਕ ਸਾਈਡ ਦੇ ਚਿੱਤਰ ਦੀ ਹੱਡੀ ਵੀ ਕੱਟ ਦਿੱਤੀ ਹੈ। ਅੱਲਾਹ ਯਾ ਅੱਲਾਹ ਮਾਫ। ਕਿੱਥੇ ਹੁੰਦੇ ਆ ਤੁਸੀਂ? ਮੈਂ ਡਸਕਾ ਸਿਆਲਕੋਟ। ਅੱਛਾ ਠੀਕ। ਮੈਂ ਤੁਹਾਨੂੰ ਫਾਲੋ ਕਰਦੀ ਹਾਂ, ਮੈਂ ਇਨਸ਼ਾਅੱਲਾ ਤੁਹਾਡੇ ਨਾਲ ਗੱਲ ਕਰਾਂਗੀ ਔਰ ਜਿੱਥੇ ਤੱਕ ਹੋ ਸਕਿਆ ਇਨਸ਼ਾਅੱਲਾ ਤੁਹਾਡੇ ਲਈ ਦੁਆ ਵੀ ਕਰਾਂਗੇ ਔਰ ਇਨਸ਼ਾਅੱਲਾ ਮੈਂ ਤੁਹਾਨੂੰ ਫਾਲੋ ਕੀਤਾ ਹੈ। ਤੁਸੀਂ ਮੈਨੂੰ ਨਾ ਆਪਣਾ ਨੰਬਰ ਵਗੈਰਾ ਛੋੜਨਾ, ਮੈਂ ਤੁਹਾਡੇ ਵਾਸਤੇ ਦੁਆ ਵੀ ਕਰਾਂਗੀ ਔਰ ਅਗਰ ਮੇਰਾ ਪਾਕਿਸਤਾਨ ਆਉਣ ਬਣਿਆ ਮੈਂ ਤੁਹਾਨੂੰ ਖੁਦ ਵੀ ਮਿਲ ਕੇ ਵੀ ਤੁਹਾਨੂੰ ਇਨਸ਼ਾਅੱਲਾ। ਤੇ ਬਾਲ ਬੱਚੇਦਾਰ ਹੋ ਤੁਸੀਂ? ਹਾਂਜੀ, ਬਾਲ ਬੱਚੇਦਾਰ ਆ। ਬੱਚੇ ਛੋਟੇ ਨਹੀਂ ਆਪਣੇ ਘਰਾਂ ਵਾਲੇ ਨੇ? ਨਹੀਂ ਨਹੀਂ, ਛੋਟੇ ਜਿਹੇ, ਮੇਰੀ ਉਮਰ ਸਾਰੀ 36-37 ਸਾਲ ਉਮਰ ਹੈ। ਅੱਛਾ, ਨਹੀਂ ਪਰੇਸ਼ਾਨ ਨਹੀਂ ਹੋਣਾ ਤੁਸੀਂ, ਅੱਲਾਹ ਤਾਲਾ ਤੁਹਾਨੂੰ। ਸ਼ਹਿਰ ਡਸਕੇ ਦੇ ਆ ਜਾਂ ਪਿੰਡ ਕਿਸੇ ਸਾਈਡ ਦੇ? ਡਸਕੇ ਦੇ ਨਾਲ ਹੀ ਥੋੜਾ ਜਿਹਾ ਅੱਗੇ ਆਈਏ ਨਾ ਤੇ ਜਸਰ ਵਾਲਾ ਸਟਾਫ ਹੁੰਦਾ, ਜਸਰ ਵਾਲੇ ਸਟਾਫ ਤੋਂ ਨਾ ਅੰਦਰ ਨੂੰ ਹੋਈਏ ਤੇ ਪੰਡੋਰੀਆਂ ਪਿੰਡ ਆਉਂਦਾ, ਦੋਹਰ ਪੰਡੋਰੀਆਂ ਗਿੱਲਾਂ ਕਰਦਾ। ਅੱਲਾਹ ਤਾਲਾ ਮੇਰੀਆਂ ਮਾਸ਼ਾਅੱਲਾ ਦੋ ਪੁੱਤਰ ਲੇਕਿਨ ਛੋਟੇ ਹੀ ਨੇ। ਲੋਕ ਦੇਖ ਰਹੇ ਨੇ, 60 ਪੀਪਲ ਦੇਖ ਰਹੇ ਨੇ। ਬਸ਼ਾਰਤ ਅਲੀ ਸਾਹਿਬ ਨੇ ਡਸਕੇ ਤੋਂ ਆਪਣੇ ਪਾਕਿਸਤਾਨੀ ਭਰਾ ਨੇ, ਇਹਨਾਂ ਨੂੰ ਫਾਲੋ ਕਰੋ ਔਰ ਜਿੰਨਾ ਹੋ ਸਕਦਾ ਇਹਨਾਂ ਨੂੰ ਦੁਆਵਾਂ 'ਚ ਵੀ ਯਾਦ ਰੱਖੋ ਪਰਸਨਲੀ ਔਰ ਗਾਹੇ ਬਗਾਹੇ ਆਪਣੇ ਜੋ ਵੀ ਤੁਸੀਂ ਕਰ ਸਕਦੇ ਆ ਆਪਣੇ ਪਿਆਰ ਮੁਹੱਬਤ ਦਾ ਸਲੂਕ ਇਹਨਾਂ ਦੇ ਨਾਲ ਕਰੋ ਔਰ ਹਰ ਕੋਈ ਹਿੱਸਾ ਪਾਏ। ਚਰਤ ਭਾਈ ਮੈਂ ਤੁਹਾਨੂੰ ਫੋਲੋ ਕਰਨਾ, ਤੁਸੀਂ ਮੈਨੂੰ ਫੋਲੋ ਕਰਿਓ, ਮੈਂ ਫਿਰ ਤੁਹਾਨੂੰ। ਜੀ ਠੀਕ, ਲਓ ਮੈਂ ਤੁਹਾਨੂੰ ਨਾ ਫੋਲੋ ਕਰ ਦੇਣਾ। ਲਓ ਜੀ ਚੰਦਾ ਸਿਸਟਰ, ਮੈਨੂੰ ਦਿਓ ਇਜਾਜ਼ਤ। ਠੀਕ ਹੋ ਗਿਆ। ਲੇਕਿਨ ਬੜਾ ਮਜ਼ਾ ਆਇਆ ਹੈ ਔਰ ਮੈਂ ਵੇਖ ਕੇ ਖੁਸ਼ ਹੋਇਆ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਤੁਹਾਡੇ ਪ੍ਰੋਗਰਾਮ ਨੂੰ ਸੁਣਦੇ ਨੇ ਪਏ ਔਰ ਤੁਹਾਡੀ ਆਵਾਜ਼ ਜਿਹੜੀ ਹੈ ਇਹਨਾਂ ਤੱਕ ਪਹੁੰਚ ਰਹੀ ਹੈ। ਬਹੁਤ ਸ਼ੁਕਰੀਆ। ਬਸ ਮੈਂ ਥੋੜਾ ਫਾਰਗ ਸੀ ਅੱਜ, ਐਕਚੁਅਲੀ ਰੋਜ਼ਾਨਾ ਦਾ ਟਾਈਮ ਕੱਢਣਾ ਮੁਸ਼ਕਿਲ ਹੋ ਜਾਂਦਾ। ਮੈਨੂੰ ਸਾਰੇ ਕਹਿੰਦੇ ਨੇ ਅੱਧਾ ਘੰਟਾ ਆਇਆ ਕਰੋ ਤੇ ਹੁਣ ਟਾਈਮ ਕੱਢਾਂਗੇ ਇਨਸ਼ਾਅੱਲਾ। ਔਰ ਬਸ਼ਾਰਤ ਅਲੀ ਭਾਈ ਤੁਸੀਂ ਪਰੇਸ਼ਾਨ ਨਹੀਂ ਹੋਣਾ, ਉਮੀਦ ਨਹੀਂ ਛੋੜਨੀ, ਇਨਸ਼ਾਅੱਲਾ ਮੇਰੀਆਂ ਦੁਆਵਾਂ ਤੁਹਾਡੇ ਨਾਲ ਨੇ ਔਰ ਜਿੰਨਾ ਕੁਛ ਹੋ ਸਕਿਆ ਉਹ ਵੀ ਤੁਹਾਡੇ ਨਾਲ ਹੁਸਨੇ ਸਲੂਕ ਕਰਾਂਗੇ ਤੇ ਸਾਰੇ ਸਭ ਦੀਆਂ ਦੁਆਵਾਂ ਤੁਹਾਡੇ ਨਾਲ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਏ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਬਿਲਕੁਲ ਉਹਨਾਂ ਦੇ ਵਿੱਚ ਜਦੋਂ ਬੈਠੋ ਤੇ ਗਿਰਿਆ ਹੋਇਆ ਮਹਿਸੂਸ ਨਾ ਕਰੋ, ਆਪਣੀ ਸਿਹਤ ਦਾ ਮੇਰੀ ਨਾ ਆਈਡੀ ਚੈੱਕ ਕਰਿਓ, ਜ਼ਰਾ ਵਿਜ਼ਿਟ ਕਰਿਓ ਲਾਜ਼ਮੀ।
अच्छा अच्छा, ठीक है ठीक है। ਠੀਕ ਹੈ, ਓਕੇ, ਰੱਬ ਰੱਖਾ ਜੀ। ਓਕੇ ਫਾਤਮਾ ਸਿਸਟਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇਸ ਕਾਬਿਲ ਸਮਝਿਆ ਕਿ ਤੁਸੀਂ ਬਸ਼ਾਰਤ ਅਲੀ ਸਾਹਿਬ ਨੂੰ ਸਾਡੇ ਕੋਲ ਭੇਜੋ। ਬਹੁਤ ਸ਼ੁਕਰੀਆ। ਅਸੀਂ ਵੀ ਬਹੁਤ ਆਮ ਜਿਹੇ ਬੰਦੇ ਆ, ਬਹੁਤ ਛੋਟੇ ਲੈਵਲ ਦੇ ਬੰਦੇ ਆ, ਦਰਮਿਆਨੇ ਦਰਜੇ ਦੇ ਲੋਕ ਆ, ਕੋਈ ਹਾਈ ਫਾਈ ਨਹੀਂ, ਲੇਕਿਨ ਅੱਛਾ ਦਿਲ ਰੱਖਣ ਵਾਲੇ ਨੇ ਸਾਰੇ ਹੀ। ਔਰ ਅੱਲਾ ਜਿੰਨਾ ਸ਼ਾਇਦ ਹੋ ਭਾਈ ਆਪ ਆਪਣਾ ਨੰਬਰ ਦਿਓ ਮੈਨੂੰ, WhatsApp ਦਾ ਨੰਬਰ ਜਿਹੜਾ ਇਨਬਾਕਸ 'ਚ ਸੈਂਡ ਕਰਿਓ ਹੁਣੇ। ਚਲੋ ਠੀਕ ਹੈ, ਮੈਂ ਦੇ ਦਾਂਗਾ। ਹਾਂਜੀ ਵਿਸ਼ਾਰਦ ਭਾਈ, ਤੁਸੀਂ ਕਰਨਾ, ਇਹਨਾਂ ਨੂੰ ਵੀ ਕਰਨਾ। ਔਰ ਰਾਜਪੂਤ ਭਾਈ, ਤੁਸੀਂ ਇਹਨਾਂ ਦਾ ਨੰਬਰ ਅੱਗੇ ਮਜ਼ੀਦ ਹਮਦਰਦ ਲੋਕਾਂ ਨੂੰ ਸੈਂਡ ਕਰ ਦਿਆ ਕੋਈ ਕਰੋ, ਮਸਲਾ ਨਹੀਂ, ਕੋਈ ਕਿਉਂਕਿ ਇਹ ਵੀ ਇੱਕ ਸਦਕਾ ਜਾਰੀਆ ਹੈ। ਤੁਹਾਡੇ ਕੋਲ ਜਿੰਨੀ ਅਪਰੋਚ ਹੈ, ਕੋਈ ਜ਼ੇਨ ਤੇ ਬਰਡਨ ਨਹੀਂ ਪਾਣਾ। ਤੁਸੀਂ ਵੀ ਪਰਦੇਸੀ ਹੋ, ਮੈਂ ਬੈਲਜੀਅਮ ਜਾਂ ਰਾਜਪੂਤ ਭਾਈ ਤੁਸੀਂ ਜਰਮਨੀ ਹੋ? ਜੀ ਜੀ ਅੱਛਾ ਅੱਛਾ, ਠੀਕ। ਮੈਨੂੰ 12 ਸਾਲ ਹੋ ਗਿਆ ਇੱਥੇ ਜਰਮਨੀ। ਕੋਈ ਮਸਲਾ ਨਹੀਂ, ਤੁਸੀਂ ਬਿਸ਼ਰਤ ਭਾਈ ਮੈਨੂੰ ਨੰਬਰ ਸੈਂਡ ਕਰ ਦਿਓ ਆਪਣਾ, ਤੁਸੀਂ ਠੀਕ ਹੁਣੇ ਹੋ ਨਾ। ਗਿਆ। ਅੱਲਾਹ ਤਾਲਾ ਤੁਹਾਨੂੰ। ਜਿੱਦੀ ਭਾਈ ਤੁਸੀਂ ਸਿਆਲਕੋਟ ਦੇ ਹੋ? ਹਾਂ ਮੈਂ ਸਿਆਲਕੋਟ ਹਾਂ, ਸਿਆਲਕੋਟ ਕਿਹੜੀ ਜਗ੍ਹਾ ਤੋਂ? ਤੁਹਾਡੀ ਮਾਂ ਦੀ ਪਹਿਚਾਣ ਹੈ? ਸ਼ਹਿਰ ਦਾ ਸਹੀ ਹੈ, ਠੀਕ ਹੈ। ਲਾਮਾ ਇਕਬਾਲ ਕਾਲਜ ਨਹੀਂ ਜਿੱਥੇ ਸੁਣ ਦੇਖਿਆ ਜੀ? ਹਾਂਜੀ, ਉਹ ਮੇਰਾ ਖਾਦਮਲੀ ਮਤਲਬ ਰੋਡ ਤੇ ਨਮਕਵਾਲ ਕਾਲਜ ਹਵਾ हाँ हदमली रोड माड़े रोड रहना वहाँ ते हकीम हदमली रोड में आना पूरा सारा ही अपने ਸਹੀ ਹੈ। ਖਾਦਮਲੀ ਰੋਡ ਤੇ ਨਾ ਖਵਾਤੀਨ ਕਾਲਜ, ਉਹਦੇ ਸਾਹਮਣੇ ਮੇਰੇ ਉਸਤਾਦ ਦੀ ਦੁਕਾਨ ਹੁੰਦੀ ਸੀ, ਉਸਤਾਦ ਕਾਦਰ ਆਟੋ ਹੈਂਡਲਪੁਰੇ ਦਾ। ਮੋਟਰਸਾਈਕਲਾਂ ਦਾ ਕੰਮ ਕਰਨਾ ਉਹਦੇ ਕੋਲੋਂ। ਉਹ ਮੋਟਰਸਾਈਕਲਾਂ ਦਾ ਉੱਥੋਂ ਕੰਮ ਛੱਡ ਕੇ ਮਸਕਤ ਤੁਰ ਗਿਆ। ਮਸਕਤ ਤੋਂ 2 ਸਾਲ ਯਾਨੀ 2016 ਦੇ ਵਿੱਚ ਵਾਪਸ ਆਇਆ, ਤੇ ਫਿਰ ਦੁਬਾਰਾ ਇਹ ਮਸਲਾ ਬਣ ਗਿਆ। ਫਿਰ ਮਿਲਿਆ। बस कोई नहीं, परेशान नहीं होना। अल्लाह ताला बहुत बड़े ने, टेंशन नहीं लेनी है। ऐसे ही अल्लाह ताला बहुत वसीला बनाते हैं। जे अल्लाह ताला अपने बंदे ते मुसीबत लियाते ना, तो उन्होंने नाल प्यार करते हैं। सही है, तो कोई मसला नहीं, तुम जरा जिन्नी टेंशन नहीं लैनी। ਇਨਸ਼ਾਅੱਲਾ ਜੀ, ਠੀਕ ਹੈ। ਬਸ਼ਾਰਤ ਭਾਈ, ਇੱਥੇ ਚਵਿੰਡਾ ਰਾਈਸ ਮਿਲ ਹੈ ਕਿਤੇ ਸਾਹਮਣੇ? ਸਾਡੇ ਕੋਲ ਹੈ ਮੌਤਰੇ ਚਵਿੰਡਾ ਰਾਈਸ ਮਿਲ। ਉਹਨਾਂ ਦੇ ਲਾਗੇ ਚਾਗੇ ਨਾ, ਕਦੀ ਤੁਸੀਂ ਫਾਰਗ ਹੋਵੋਗੇ ਤੇ ਕਿਸੇ ਨੂੰ ਕਿਹੋ ਕਿ ਪਤਾ ਕਰਨ। ਹਮੀਦ ਹਾਜੀ ਦਾ ਘਰ ਹੈ, ਉਹਨਾਂ ਦੇ 4 ਬੇਟੇ ਨੇ, ਫੌਤ ਹੋ ਗਏ ਨੇ ਹਮੀਦ ਹਾਜੀ ਨਾ, ਤੇ ਉਹ ਉਹਨਾਂ ਦੇ 4 ਪੁੱਤਰ ਨੇ। ਉਹ ਸਾਡੇ ਰਿਸ਼ਤੇਦਾਰ ਨੇ, ਉਹ ਅਹਿਲੇ ਸੁਨਨਤ ਨੇ, ਲੇਕਿਨ ਸਾਡਾ ਉਹਨਾਂ ਨਾਲ ਕਦੀ ਵੀ ਨਾ ਰਾਬਤਾ ਨਹੀਂ ਬਣਿਆ। ਦੇਖੋ, ਚਵਿੰਡਾ ਰਾਈਸ ਮਿਲ ਜਿਹੜੀਆਂ ਨੇ ਨਾ, ਉਹ ਯਾਨੀ ਕਈ ਨੇ, ਲੇਕਿਨ ਉਹ ਜਗ੍ਹਾ ਦਾ ਪਤਾ ਲੱਗੇ ਨਾ, ਚਵਿੰਡੇ ਵਾਲੀ ਸਾਈਡ ਵਾਲੇ ਜਾਂ ਇੱਧਰ ਕਿਧਰ ਸਿਆਲਕੋਟ ਵਾਲੀ ਸਾਈਡ ਵਾਲੇ ਜਾਂ ਪਸਰੂਰ ਵਾਲੀ ਸਾਈਡ। ਮੇਨ ਰੋਡ ਤੇ ਡਸਕੇ ਚ ਨਾ, ਮੇਨ ਰੋਡ ਤੇ ਉਹ ਸੀਮਟ ਤੇ ਬਜਰੀ ਤੇ ਸਰੀਏ ਵਗੈਰਾ ਦਾ ਉਹਨਾਂ ਦਾ ਕਾਰੋਬਾਰ ਸੀ। ਚਵਿੰਡਾ ਰਾਈਸ ਮਿਲ। ਹਾਂਜੀ, ਉਹਨਾਂ ਦੇ 4 ਪੁੱਤਰ ਨੇ, ਚਾਰੋਂ ਸੋਧੀਆ ਹੁੰਦੇ ਸਨ। ਇੱਕ ਦੀ ਘੜੀਆਂ ਦੀ ਦੁਕਾਨ ਹੈ, ਹਮੀਦ ਨਾਮ ਯਾਦ ਰੱਖਣਾ, ਹਮੀਦ ਹਾਜੀ ਕਹਿੰਦੇ ਸਨ ਉਹਨੂੰ। ਅੱਛਾ, ਅਗਰ ਕਦੀ ਪਤਾ ਚੱਲੇ ਨਾ ਮੈਨੂੰ, ਫਿਰ ਇਨਬਾਕਸ ਕਰਨਾ। ਮੇਰਾ ਬਹੁਤ ਦਿਲ ਕਰਦਾ ਹੈ ਉਸ ਘਰ ਨੂੰ ਮਿਲਣ ਨੂੰ। ਜੀ ਠੀਕ ਹੈ। हुसनैन भाई अस्सलाम वालेकुम, कैसे हो हुसनैन भाई? अल्लाह ताला ਤੁਹਾਨੂੰ ਜ਼ਿੰਦਗੀ ਦੇ ਸੇ। ਹੁਸਨੈਨ ਭਾਈ, ਬਸ਼ਾਰਤ ਅਲੀ ਨੇ ਮੇਰੀ ਲਾਈਵ ਤੇ, ਇਹਨਾਂ ਨੂੰ ਤੁਸੀਂ ਪਲੀਜ਼ ਜੁਆਇਨ ਕਰ ਲਓ ਔਰ ਫਾਲੋ ਕਰ ਲਓ। ਔਰ ਤੁਹਾਡੇ ਚ ਜਿੰਨੀ ਵੀ ਗੁੰਜਾਇਸ਼ ਹੋਏ ਦੁਆਵਾਂ ਦੀ, ਵੈਸੇ ਹੈਲਪ ਕਰਨ ਦੀ, ਤੇ ਇਸ ਭਾਈ ਨੂੰ ਜ਼ਰੂਰ ਕਰਨਾ। ਇਹ ਪਰੇਸ਼ਾਨ ਨੇ ਔਰ ਇਹਨਾਂ ਦੀ ਸਿਹਤ ਜਿਹੜੀ ਹੈ ਨਹੀਂ ਠੀਕ, ਔਰ ਇਹਨਾਂ ਦੀ ਇੱਕ ਲੱਤ ਜਿਹੜੀ ਆ ਉਹ ਡਾਕਟਰਾਂ ਨੇ ਰਿਮੂਵ ਕਰ ਦਿੱਤੀ ਹੈ। ਤੇ ਦੁਆ ਵੀ ਕਰਨਾ ਇਸ ਵੀਰ ਵਾਸਤੇ, ਔਰ ਇਹਨਾਂ ਦੀ ਦਿਲਜੋਈ ਵੀ। ਸਾਰੇ ਹਿੱਸਾ ਪਾਉਣ ਜਿੰਨੇ ਵੀ ਬੈਠੇ ਨੇ, ਮੇਰੇ ਸਮੇਤ ਅੱਲਾਹ ਤਾਲਾ ਸਭ ਨੂੰ ਤੌਫੀਕ ਦੇ। ਔਰ ਠੀਕ ਹੋ ਗਿਆ, ਹੁਣ ਮੈਂ ਇਜਾਜ਼ਤ ਚਾਹਾਂਗੀ। ਰਾਜਪੂਤ ਭਾਈ, ਬਹੁਤ ਸ਼ੁਕਰੀਆ ਤੁਸੀਂ ਆਏ। ਤੇ ਬਸ਼ਾਰਤ ਅਲੀ, ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਭੈਣ ਸਮਝਿਆ ਆਏ। ਪਾਕਿਸਤਾਨ ਨੇ ਡਸਕੇ 'ਚ ਮੌਜੂਦ ਨੇ ਨਾ, ਤੁਸੀਂ ਇਹਨਾਂ ਨੂੰ ਫਾਲੋ ਕਰੋ ਤੇ ਇਹਨਾਂ ਦੇ ਇਨਬਾਕਸ ਵਿੱਚ ਇਹਨਾਂ ਨੂੰ ਮੈਸੇਜ ਭੇਜੋ। ਬਸ਼ਾਰਤ ਅਲੀ ਨੂੰ ਸਾਰੇ ਦੁਆਵਾਂ ਦੇ ਨਾਲ ਯਾਦ ਰੱਖੋ, ਔਰ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ 'ਚ याद रखो हमेशा वास्ते। सिस्टर ओके सिस्टर। हाँ जी, अगर आपको इधर कोई भी मसला हो, गाली शाली कोई दे, तो कोई बात नहीं, मैं आपका भाई हूँ इधर ही हूँ। अल्लाह तेनू सलामत रखे, अल्लाह तेनू सलामत रखे, अल्लाह तेरी ਸ਼ਾਮ ਨੂੰ ਆਪਣੀ ਬਰੋਡ ਆਨ ਕਰਨਾ ਵਾ। ਯਾਨੀ ਮੇਰੀਆਂ 3 ਧੀਆਂ ਨੇ, ਅਸੀਂ ਤਿੰਨੇ ਨਾ ਯਾਨੀ ਪਿਓ ਧੀ ਨਾ ਬਹਿ ਕੇ ਨਾ, ਤੇ ਅਸੀਂ ਨਾ ਤੁਹਾਨੂੰ ਤਾਂ ਪੜ੍ਹਨੇ ਆ ਬਸ। अच्छा ठीक हो गया, ठीक हो गया। ਹੁਣ ਤੁਹਾਨੂੰ ਫਾਲੋ ਕਰ ਲਿਆ, ਦੇਖਾਂਗੇ ਇਨਸ਼ਾਅੱਲਾ ਜਿੰਨਾ ਹੋ ਸਕਿਆ ਸਪੋਰਟ ਕਰਾਂਗੇ, ਔਰ ਦਿਲ ਤੋਂ ਦੁਆ ਕਰਾਂਗੀ ਕਿ ਮੇਰਾ ਵੀਰ ਚੱਲਦਾ ਫਿਰਦਾ ਸਾਨੂੰ ਨਜ਼ਰ ਆਏ।
ਇਨਸ਼ਾਅੱਲਾ ਜੀ ਠੀਕ, ਰੱਬ ਰੱਖਾ, ਅੱਲਾ ਸਭ ਨੂੰ ਠੀਕ ਖੁਸ਼ ਹੋ ਰੱਖੇ। ਗਿਆ ਓਕੇ ਜੀ, ਓਕੇ ਮੈਮ, ਓਕੇ। ਠੀਕ ਹੋ ਗਿਆ ਰਾਜਪੂਤ ਵੀਰ, ਠੀਕ ਹੋ ਗਿਆ ਬਸ਼ਾਰਤ ਭਾਈ। ਅੱਲਾ ਹਾਫਿਜ਼। ਸਾਰੇ ਦੇਖਣ